ਹੈਲੋ ਗਾਈਜ਼, ਵੈਲਕਮ ਅਗੇਨ ਟੂ ਜੀਕੇ ਪਾਠਸ਼ਾਲਾ। ਅੱਜ ਆਪਾਂ ਕਰਨ ਜਾ ਰਹੇ ਹਾਂ ਸੀਟੈਟ ਪੇਪਰ ਦਾ ਸਾਇੰਸ ਪੋਰਸ਼ਨ ਕਰਨ ਜਾ ਰਹੇ ਹਾਂ ਪੇਪਰ 2 ਦਾ। ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਾਂ ਕਿਹੜੇ ਟੋਪਿਕ 'ਤੇ ਹੋਰ ਵੀਡੀਓਜ਼ ਪਾ ਸਕਦੇ ਹਾਂ। ਅਤੇ ਸਭ ਤੋਂ ਪਹਿਲਾਂ ਕੁਐਸਚਨ ਆਪਣਾ ਸਾਇੰਸ ਦਾ ਫਸਟ ਕੁਐਸਚਨ ਹੈ ਸੀਟੈਟ ਦਾ। X is a chemical present in our stomach and is necessary for digestion of food. When X is secreted in excess, it causes health problems like indigestion. Y is a chemical used to treat this condition. What could be X and Y? ਹੁਣ ਦੇਖੋ ਇਹਦੇ ਵਿੱਚ ਆਪਾਂ ਨੂੰ ਕੀ ਪੁੱਛਿਆ, X ਕਹਿੰਦੇ ਇੱਕ ਕੈਮੀਕਲ ਜਿਹੜਾ ਆਪਣੇ ਸਟਮਕ 'ਚ ਪਾਇਆ ਜਾਂਦਾ ਅਤੇ ਕਿਸ ਦੀ ਵਿੱਚ ਹੈਲਪ ਕਰਦਾ ਹੈ, ਡਿਗੈਸ਼ਨ ਆਫ ਫੂਡ 'ਚ, ਮਤਲਬ ਫੂਡ ਨੂੰ ਪਚਾਉਣ ਵਿੱਚ ਮਦਦ ਕਰਦਾ। ਬਟ ਜੇ ਜ਼ਿਆਦਾ ਹੋ ਜਾਏ, ਐਕਸੈਸ 'ਚ ਹੋ ਜਾਏ ਤਾਂ ਆਪਾਂ ਨੂੰ ਹੈਲਥ ਪ੍ਰੋਬਲਮਸ ਹੋ ਜਾਂਦੀਆਂ ਡਿਗੈਸ਼ਨ 'ਚ, ਠੀਕ ਹੈ। ਅਤੇ ਵਾਈ ਕੈਮੀਕਲ ਕੀ ਹੁੰਦਾ, ਵਾਈ ਕੈਮੀਕਲ ਬੋਡੀ 'ਚ ਪ੍ਰੈਜੈਂਟ ਹੈ ਜਿਹੜਾ ਇਸ ਕੰਡੀਸ਼ਨ ਨੂੰ ਟਰੀਟ ਕਰਦਾ। ਆਪਾਂ ਦੱਸਣਾ ਐਕਸ ਅਤੇ ਵਾਈ ਕੈਮੀਕਲ ਕਿਹੜਾ। ਇਹਦਾ ਸਹੀ ਆਪਸ਼ਨ ਆਊਗਾ ਥਰਡ ਵਨ। ਆਪਣੀ ਬੋਡੀ ਡਿਗੈਸ਼ਨ ਸਟਮਕ 'ਚ ਕਿਹੜਾ ਐਸਿਡ ਪ੍ਰੈਜੈਂਟ ਹੁੰਦਾ, ਹਾਈਡਰੋਕਲੋਰਿਕ ਐਸਿਡ। ਐਂਡ ਵਾਈ ਇਜ਼ ਮਿਲਕ ਆਫ ਮੈਗਨੀਸ਼ੀਆ। ਅਤੇ ਇਹਨੂੰ ਟਰੀਟ ਕਰਨ ਲਈ ਜੇ ਹਾਈਡਰੋਕਲੋਰਿਕ ਐਸਿਡ ਐਕਸੈਸ 'ਚ ਹੋ ਜਾਏ ਤਾਂ ਵਾਈ ਮਿਲਕ ਆਫ ਮੈਗਨੀਸ਼ੀਆ ਇਹਨੂੰ ਟਰੀਟ ਕਰਦਾ, ਠੀਕ ਹੈ। ਨੈਕਸਟ ਕੁਐਸਚਨ ਆਪਣੇ ਲਵੇ 62। ਇਨ ਵਿਚ ਆਫ ਦਾ ਫੋਲੋਇੰਗ ਪ੍ਰੋਸੈਸ ਬੈਕਟੀਰੀਆ ਇਜ਼ ਨੋਟ ਪ੍ਰੋਡਿਊਸਡ। ਆਪਾਂ ਪ੍ਰੋਸੈਸਿਸ ਦਿੱਤੀਆਂ ਹੋਈਆਂ ਇਹਨਾਂ ਵਿੱਚ ਦੱਸਣਾ ਕਿ ਇਹਦੇ ਵਿੱਚ ਬੈਕਟੀਰੀਆ ਯੂਜ਼ ਨਹੀਂ ਹੁੰਦਾ। ਫਸਟ ਹੈ ਫੋਰਮੇਸ਼ਨ ਆਫ ਕਰਡ, ਦਹੀਂ ਬਣਾਉਣ ਵਿੱਚ। ਬੇਕਿੰਗ ਆਫ ਬ੍ਰੈਡ, ਡਬਲ ਰੋਟੀ ਬਣਾਉਣ ਵਿੱਚ। ਫਰਮੈਂਟੇਸ਼ਨ ਹੈ ਸ਼ੂਗਰ ਕੇਨ ਜੂਸ, ਗੰਨੇ ਦੇ ਰਸ ਵਿੱਚ। ਨਾਈਟ੍ਰੋਜਨ ਫਿਕਸੇਸ਼ਨ, ਨਾਈਟ੍ਰੋਜਨ ਦੇ ਸਥਿਰੀਕਰਨ ਵਿੱਚ। ਇਹਦਾ ਸਹੀ ਆਪਸ਼ਨ ਆਊਗਾ ਸੈਕਿੰਡ, ਬੇਕਿੰਗ ਆਫ ਬ੍ਰੈਡ। ਬੇਕਿੰਗ ਆਫ ਬ੍ਰੈਡ ਵਿੱਚ ਬੈਕਟੀਰੀਆ ਯੂਜ਼, ਦਹੀਂ ਜਮਾਉਣ ਲਈ ਵੀ ਬੈਕਟੀਰੀਆ ਯੂਜ਼ ਹੁੰਦੀ ਹੈ, ਸ਼ੂਗਰ ਕੇਨ ਜੂਸ 'ਚ ਵੀ ਬੈਕਟੀਰੀਆ ਯੂਜ਼ ਹੁੰਦੀ ਹੈ, ਨਾਈਟ੍ਰੋਜਨ ਫਿਕਸੇਸ਼ਨ 'ਚ ਵੀ ਬੈਕਟੀਰੀਆ। ਇਸ ਕਰਕੇ ਸਹੀ ਆਪਸ਼ਨ ਆਊ ਬੇਕਿੰਗ ਆਫ ਬ੍ਰੈਡ। ਨੈਕਸਟ ਕੁਐਸਚਨ ਆਪਣੇ ਲਈ ਵਿਚ ਆਫ ਦਾ ਫੋਲੋਇੰਗ ਇਜ਼ ਡਿਫਰੈਂਟ ਫਰੋਮ ਦੀ ਰੈਸਟ। ਇਹਨਾਂ ਵਿੱਚ ਦੱਸਣਾ ਆਪਣੇ ਲਈ ਚਾਰ ਆਪਸ਼ਨ ਨੇ, ਇਹਨਾਂ ਵਿੱਚ ਦੱਸਣਾ ਵੀ ਕਿਹੜਾ ਇਹਨਾਂ ਨਾਲ ਅਲੱਗ ਹੈ। ਫਸਟ ਆਪਸ਼ਨ ਹੈ ਡੀਫੋਰੈਸਟੇਸ਼ਨ, ਸੈਕਿੰਡ ਡਿਜ਼ਰਟੀਫਿਕੇਸ਼ਨ, ਥਰਡ ਇਰੋਜ਼ਨ, ਫੋਰ ਕੰਜ਼ਰਵੇਸ਼ਨ। ਹੁਣ ਦੇਖੋ ਪਹਿਲੇ ਤਿੰਨ ਕੀ ਹੈ, ਨੈਗੇਟਿਵ ਇਫੈਕਟ ਸ਼ੋ ਕਰਦੇ। ਇੱਕ ਡੀਫੋਰੈਸਟੇਸ਼ਨ ਹੋ ਗਏ, ਫੋਰੈਸਟ ਕੱਟਦੇ ਹਾਂ। ਡਿਜ਼ਰਟੀਫਿਕੇਸ਼ਨ ਹੋ ਗਏ, ਮਰੁਸਥਲੀਕਰਨ ਕਰਨਾ। ਇਰੋਜ਼ਨ ਜਿਵੇਂ ਸੋਇਲ ਇਰੋਜ਼ਨ ਹੋ ਗਈ, ਹੋਰ ਵੀ ਕਈ ਤਰ੍ਹਾਂ ਦੀ ਇਰੋਜ਼ਨ ਹੁੰਦੀ ਹੈ, ਠੀਕ ਹੈ। ਅਤੇ ਫੋਰਥ ਵਨ ਕੀ ਹੈ ਕੰਜ਼ਰਵੇਸ਼ਨ, ਇਹ 'ਚ ਕੀ ਕੰਜ਼ਰਵ ਕਰਨਾ ਕਿਸੇ ਚੀਜ਼ ਨੂੰ, ਇਹ ਕੀ ਇਹਨਾਂ ਨਾਲੋਂ ਡਿਫਰੈਂਟ ਹੈ, ਇਹ ਪੋਜ਼ੀਟਿਵ ਵੇ 'ਚ ਆਉਂਦਾ। ਇਸ ਕਰਕੇ ਸਹੀ ਆਪਸ਼ਨ ਕੀ ਆਊਗਾ ਫੋਰਥ। ਨੈਕਸਟ ਕੁਐਸਚਨ ਆਪਣੇ ਲਈ 64th। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਕਰੈਕਟ। ਹੁਣ ਆਪਣੇ ਲਈ ਚਾਰ ਸਟੇਟਮੈਂਟਸ ਨੇ, ਇਹਨਾਂ ਵਿੱਚ ਦੱਸਣਾ ਕਿਹੜੀ ਕਰੈਕਟ ਨਹੀਂ ਹੈਗੀ। ਖਾਸ ਕਰ ਇਹ ਕੁਐਸਚਨ ਤੁਸੀਂ ਧਿਆਨ ਰੱਖਣਾ ਨੋਟ ਦਾ, ਜਿੱਥੇ ਨੋਟ ਆ ਗਿਆ ਉਹ ਕੁਐਸਚਨ ਤੁਸੀਂ ਧਿਆਨ ਨਾਲ ਕਰਨਾ। ਪਹਿਲਾ ਆਪਸ਼ਨ ਦੇਖੋ ਹੁਣ, ਡਿਗੈਸ਼ਨ ਇਜ਼ ਅ ਕੈਮੀਕਲ ਚੇਂਜ। ਇਹ ਪ੍ਰੋਸੈਸ ਕੀ ਹੈ, ਠੀਕ ਹੈ, ਸਹੀ ਹੈ। ਇਹ 'ਚ ਕੈਮੀਕਲ ਚੇਂਜ ਦਾ ਆਪਾਂ ਹੁਣ ਪਹਿਲਾਂ ਪੜ੍ਹ ਕੇ ਐਂਡ ਡਿਗੈਸਟਿਵ ਸਿਸਟਮ ਕਿਹੜਾ ਕੈਮੀਕਲ ਪਾਇਆ ਜਾਂਦਾ, HCl। ਉਹ ਕੀ 'ਚ ਮਦਦ ਕਰਦਾ, ਆਪਣੀ ਡਿਗੈਸ਼ਨ 'ਚ ਮਦਦ ਕਰਦਾ, ਡਿਗੈਸ਼ਨ ਆਫ ਫੂਡ 'ਚ। ਨੈਕਸਟ ਹੈ ਫੋਟੋਸਿੰਥੇਸਿਸ ਇਜ਼ ਕੈਮੀਕਲ ਚੇਂਜ, ਯੈਸ ਇਹ ਵੀ ਸਹੀ ਹੈ। ਫੋਟੋਸਿੰਥੇਸਿਸ ਕੈਮੀਕਲ ਚੇਂਜ ਹੈ, ਸਨਲਾਈਟ ਅਤੇ ਵਾਟਰ ਦੀ ਲੋੜ ਹੁੰਦੀ ਹੈ ਫੋਟੋਸਿੰਥੇਸਿਸ ਪ੍ਰੋਸੈਸ 'ਚ। ਕੈਮੀਕਲੀ ਉਹ ਆਪਣਾ ਫੂਡ ਬਣਾਉਂਦੇ ਆ ਪਲਾਂਟਸ। ਥਰਡ ਹੈਗਾ ਰੈਸਪੀਰੇਸ਼ਨ ਇਜ਼ ਅ ਕੈਮੀਕਲ ਚੇਂਜ। ਰੈਸਪੀਰੇਸ਼ਨ ਵੀ ਕੀ ਹੈ, ਕਹਿੰਦੇ ਕੈਮੀਕਲ ਚੇਂਜ। ਹਾਂ ਇਹ ਵੀ ਕੈਮੀਕਲ ਚੇਂਜ, ਆਪਾਂ ਆਕਸੀਜਨ ਇਨਟੇਕ ਕਰਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਆਊਟ ਇਹ ਐਗਜ਼ੇਲ ਕਰਦੇ ਹਾਂ, ਠੀਕ ਹੈ। ਇਹ ਵੀ ਕੀ ਹੈ ਕੈਮੀਕਲ ਪ੍ਰੋਸੈਸ ਹੈ। ਕ੍ਰਿਸਟਲਾਈਜੇਸ਼ਨ ਇਜ਼ ਅ ਕੈਮੀਕਲ ਚੇਂਜ। ਹੁਣ ਦੇਖੋ ਕ੍ਰਿਸਟਲਾਈਜੇਸ਼ਨ ਕੀ ਹੈ, ਕੈਮੀਕਲ ਚੇਂਜ ਨਹੀਂ ਹੈਗੀ। ਕ੍ਰਿਸਟਲ ਬਣਾਉਣੇ ਇੱਕ ਤਰ੍ਹਾਂ ਦੀ ਉਸ ਮੈਟਰਸ, ਸੋਲਿਡ ਮੈਟਰਸ ਚੇਂਜਿਸ ਆ ਜਾਂਦੇ ਆ ਮੈਟਰਸ ਵਿੱਚ, ਠੀਕ ਹੈ। ਇਹਨੂੰ ਆਪਾਂ ਕੈਮੀਕਲ ਚੇਂਜ ਨਹੀਂ ਲੈਂਦੇ, ਫਿਜ਼ੀਕਲ ਚੇਂਜਿਸ ਆ ਜਾਂਦਾ ਹੁੰਦਾ। ਨਾਓ ਨੈਕਸਟ ਵਨ ਹੈ 65th ਕੁਐਸਚਨ। ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟਸ ਔਨ ਅਸੈਂਡਿੰਗ ਆਰਡਰ ਐਜ਼ ਪਰ ਸਾਈਜ਼ ਆਫ ਦਾ ਪਾਰਟੀਕਲਸ। ਹੁਣ ਆਪਾਂ ਨੂੰ ਕੁਛ ਪਾਰਟੀਕਲ ਦਿੱਤੇ ਹੋਏ, ਇਹਨਾਂ ਦਾ ਆਪਾਂ ਅਸੈਂਡਿੰਗ ਆਰਡਰ ਦੇ ਅਕੋਰਡਿੰਗ ਅਰੇਂਜ ਕਰਨਾ। ਜਿਵੇਂ ਪਹਿਲਾ ਆਪਸ਼ਨ ਹੈ ਰੋਕ, ਕਲੇ, ਸੈਂਡ, ਗ੍ਰੇਵਲ, ਸਿਲਟ। ਸੈਕਿੰਡ ਆਪਸ਼ਨ ਹੈ ਕਲੇ, ਸਿਲਟ, ਸੈਂਡ, ਗ੍ਰੇਵਲ, ਰੋਕ। ਥਰਡ ਆਪਸ਼ਨ ਹੈ ਸਿਲਟ, ਕਲੇ, ਸੈਂਡ, ਗ੍ਰੇਵਲ, ਰੋਕ। ਫੋਰਥ ਆਪਸ਼ਨ ਹੈ ਰੋਕ, ਗ੍ਰੇਵਲ, ਸੈਂਡ, ਸਿਲਟ ਐਂਡ ਕਲੇ। ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕੀ ਹੈ ਜੋ ਆਪਣੇ ਲਵੇ ਕਲੇ। ਕਲੇ ਦੇ ਵਿੱਚ ਕੀ ਹੁੰਦਾ, ਬਹੁਤ ਸਮੋਲਰ ਪਾਰਟੀਕਲ ਹੁੰਦੇ, ਉਹਨਾਂ 'ਚ ਏਅਰ ਗੈਪ ਬਹੁਤ ਘੱਟ ਹੁੰਦਾ, ਇਸ ਲਈ ਉਹ ਈਜ਼ੀਲੀ ਆਪਾਂ ਉਹਨੂੰ ਰੀਸ਼ੇਪ ਕਰ ਸਕਦੇ ਹਾਂ ਕਿਸੇ ਵੀ ਸ਼ੇਪ 'ਚ। ਇਸ ਤੋਂ ਬਾਅਦ ਆਉਂਦੀ ਸਿਲਟ। ਇਹਦੇ ਵਿੱਚ ਵੀ ਬਿਲਕੁਲ ਸਮੋਲ ਪਾਰਟੀਕਲ ਆ ਜਾਂਦੇ, ਸੈਂਡ ਪਾਰਟੀਕਲ, ਠੀਕ ਹੈ। ਇਸ ਤੋਂ ਬਾਅਦ ਆ ਗਈ ਸੈਂਡ ਜਿਹੜੀ ਮਾਰੂਥਲੀ ਸੈਂਡ ਪਾਈ ਜਾਂਦੀ ਹੈ, ਠੀਕ ਹੈ। ਇਸ ਤੋਂ ਬਾਅਦ ਆ ਗ੍ਰੇਵਲ ਕਿਹਨੂੰ ਕਹਿੰਦੇ ਆਪਾਂ, ਬਜਰੀ ਨੂੰ। ਬਜਰੀ ਇਸ ਤੋਂ ਲਾਰਜਰ ਪਾਰਟੀਕਲ ਆ ਜਾਂਦੇ ਸੈਂਡ ਤੋਂ। ਇਸ ਤੋਂ ਬਾਅਦ ਆਉਂਦੀ ਆ ਰੋਕ ਕੀ ਆ ਗਈ ਚਟਾਨ। ਇਸ ਲਈ ਇਹਦਾ ਸਹੀ ਆਪਸ਼ਨ ਕੀ ਹੋਊਗਾ ਸੈਕਿੰਡ। ਇਹ ਤੁਹਾਨੂੰ ਸੀਕੁਐਂਸ ਇਹਦਾ ਯਾਦ ਰੱਖਣਾ ਪਊ, ਕਲੇ, ਸਿਲਟ, ਸੈਂਡ, ਗ੍ਰੇਵਲ ਐਂਡ ਰੋਕ। ਨੈਕਸਟ ਕੁਐਸਚਨ ਹੈ 66th। ਦਾ ਫੰਕਸ਼ਨ ਆਫ ਗਿਲਜ਼ ਇਨ ਦਾ ਫਿਸ਼ ਇਜ਼ ਟੂ। ਕਹਿੰਦੇ ਫੰਕਸ਼ਨ ਉਹਦਾ ਗਿਲਜ਼ ਦਾ ਫੰਕਸ਼ਨ ਕੀ ਹੁੰਦਾ ਫਿਸ਼ ਦੇ ਵਿੱਚ, ਟੇਕ ਇਨ ਆਕਸੀਜਨ ਫਰੋਮ ਏਅਰ, ਆਕਸੀਜਨ ਲੈਂਦੀ ਹੈ ਏਅਰ ਵਿੱਚੋਂ। ਅਬਜ਼ੋਰਬ ਨਿਊਟ੍ਰੀਐਂਟਸ ਪ੍ਰੈਜੈਂਟ ਇਨ ਵਾਟਰ, ਜਿਹੜੇ ਨਿਊਟ੍ਰੀਐਂਟਸ ਪ੍ਰੈਜੈਂਟ ਹੁੰਦੇ ਵਾਟਰ ਵਿੱਚ ਉਹ ਅਬਜ਼ੋਰਬ ਕਰਦੀ ਹੈ। ਅਬਜ਼ੋਰਬ ਡਿਜ਼ੋਲਵਡ ਆਕਸੀਜਨ ਫਰੋਮ ਵਾਟਰ, ਡਿਜ਼ੋਲਵਡ ਆਕਸੀਜਨ ਵਾਟਰ ਦੇ ਵਿੱਚ ਉਹ ਅਬਜ਼ੋਰਬ ਕਰ ਲੈਂਦੀ ਹੈ। ਐਕਸਕ੍ਰੀਟ ਵੇਸਟ ਇਨਟੂ ਵਾਟਰ, ਅਤੇ ਇਹਦੇ ਗਿਲਜ਼ ਦੇ ਥਰੂ ਐਕਸਕ੍ਰੀਟ ਕਰਦੀ ਹੈ ਆਪਣਾ ਵੇਸਟ ਵਾਟਰ ਦੇ ਵਿੱਚ। ਇਹ ਸਹੀ ਆਪਸ਼ਨ ਆਊ ਥਰਡ ਵਨ। ਗਿਲਜ਼ ਦੇ ਰਾਹੀਂ ਕੀ ਕਰਦੀ ਹੈ ਫਿਸ਼, ਆਕਸੀਜਨ ਲੈਂਦੀ ਹੈ ਵਿਦ ਦੀ ਹੈਲਪ ਆਫ ਡਿਜ਼ੋਲਵਡ ਵਾਟਰ। ਆਕਸੀਜਨ ਡਿਜ਼ੋਲਵਡ ਵਾਟਰ ਅਬਜ਼ੋਰਬ ਕਰਦੀ ਹੈ ਉਹ।
67th क्वेश्चन है, विच ऑफ द फॉलोइंग कैन बी यूज टू कंप्लीट एन इलैक्ट्रिक सर्किट इफ वन रनस आउट ऑफ कनैक्टिंग वायरस। कोई कनैक्टिंग वायरस है, ठीक है, उन्होंने विच सर्किट कट किया होया, आपां उन्होंने किवें दोबारा कनैक्ट कर सकते हैं, किहदी हैल्प नाल। फर्स्ट ऑप्शन है पेपर स्ट्रिप, पेपर की है नॉन कंडक्टर, इसलिए इन्हूं आपां नहीं यूज़ कर सकते। सैकेंड ऑप्शन है रबड़ बैल्ट, रबड़ बैल्ट नूं भी यूज़ कर सकते क्योंकि इंसुलेटर है भी। वुडन स्टिक भी हाईली इंसुलेटर है, इनू भी यूज़ करते। ये ब्लेड की एक तरह कंडक्टर का काम करता है, इसलिए आप सर्किट को कनैक्ट करने लिए एक ब्लेड का यूज़ कर सकते हैं। सही ऑप्शन क्या होगा, फोर्थ वन। नैक्सट क्वेश्चन अपने लगे 68th, मंजुला इज ऑब्जर्विंग हर इमेज इन अ प्लेन मिरर, द डिस्टेंस बिटवीन हर सेल्फ एंड द मिरर इज 5 मीटर, शी मूव्स 1 मीटर टूवर्ड्स द मिरर एंड डिस्टेंस बिटवीन हर सेल्फ एंड हर इमेज इज। ਹੁਣ देखो ये ਆਪਾਂ ਦੇਖਾਂਗੇ ਇਹਨੂੰ किस तरह सॉल्व कर सकते हैं। ਹੁਣ देखो मान लो अपना की है मिरर है इस ते, ठीक है, तो ऑब्जैक्ट अपना ए साइड ते है, ऑब्जैक्ट आके होगा अपना प्रिंसीपल एक्सिस। ਹੁਣ ऑब्जैक्ट पहला कितनी दूरी ते सी, ਉਹ ਤੋਂ मिरर तो 5 मीटर की दूरी ते, बट उन्होंने क्या शी मूव्स 1 मीटर टूवर्ड्स द मिरर, टूवर्ड्स द मिरर मतलब इस डायरैक्शन च। मान लो ਹੁਣ ऑब्जैक्ट कितने है अपना ਇਹਦੀ कितनी दूरी है ਹੁਣ मिरर तो 4 मीटर। ਹੁਣ ਕਹਿੰਦੇ ਜਿਹੜੀ ਇਮੇਜ ਹੈ ਉਹ ਕਿੰਨੀ ਦੂਰ ਬਣੂ, ਇਮੇਜ ਤੇ ਆਬਜੈਕਟ ਵਿੱਚ ਕਿੰਨੀ ਦੂਰੀ। ਹੁਣ ਦੇਖੋ ਜਿਹੜੇ ਮਿਰਰ ਹੁੰਦਾ ਪਲੇਨ ਮਿਰਰ, ਉਹ 'ਚ ਹਮੇਸ਼ਾ ਇਮੇਜ ਤੇ ਆਬਜੈਕਟ ਇਕੁਅਲ ਡਿਸਟੈਂਸ ਹੁੰਦਾ। ਜਿਵੇਂ ਹੁਣ ਦੇਖੋ ਇੱਧਰੋਂ ਆਬਜੈਕਟ ਦਾ ਡਿਸਟੈਂਸ ਕਿੰਨਾ ਹੈ 4 ਹੈ ਨਾ, ਤਾਂ ਇਮੇਜ ਦਾ ਡਿਸਟੈਂਸ ਵੀ ਕਿੰਨਾ ਹੋਊਗਾ, ਇੱਧਰੋਂ 4 ਹੀ ਹੋਊਗਾ। ਟੋਟਲ ਕਿੰਨਾ ਹੋ ਜੂਗਾ 4 + 4, ਟੋਟਲ ਡਿਸਟੈਂਸ 8 ਹੋ ਜੂਗਾ। ਇਹਦਾ ਸਹੀ ਆਪਸ਼ਨ ਕੀ ਹੋਊਗਾ 8, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਪਲੇਨ ਮਿਰਰ ਵਿੱਚ ਹਮੇਸ਼ਾ ਇਕੁਅਲ ਡਿਸਟੈਂਸ ਹੁੰਦਾ ਆਬਜੈਕਟ ਤੇ ਇਮੇਜ ਦਾ। ਆਪਾਂ ਨੂੰ ਪੁੱਛਿਆ ਦਾ ਡਿਸਟੈਂਸ ਬਿਟਵੀਨ ਹਰ ਸੈਲਫ ਐਂਡ ਹਰ ਇਮੇਜ, हर सेल्फ से हर इमेज से टोटल डिस्टेंस कितना हो, 4 + 4 8 हो। सही ऑप्शन किया गया थर्ड वन। नाउ नेक्स्ट क्वेश्चन है 69th, ए पेंडुलम ऑक्सीलेट्स 30 टाइम्स इन 3 सेकंड्स, चूज द करेक्ट स्टेटमेंट फ्रॉम अमंग द फॉलोइंग। हम देखो एक पेंडुलम है, पेंडुलम तुम देखा क्लॉक्स भी होंगे, पेंडुलम पैन रोटेट करते रहते हैं पेंडुलम। देखो जिमें आ के होंगे अपने लगे पेंडुलम, ये इस डायरैक्शन चाहे रोटेट करता रहता है इस तरह कंटीन्यूसली। ਇਹਦਾ ਪੀਰੀਅਡ ਹੁੰਦਾ ਪਾਰਟੀਕਲ ਪੀਰੀਅਡ। ਇਟਸ ਟਾਈਮ ਪੀਰੀਅਡ फर्स्ट ऑप्शन है इट्स टाइम पीरियड इज 10 सेकंड एंड फ्रिक्वेंसी इज 3 हर्ट्स। सेकंड ऑप्शन है इट्स टाइम पीरियड इज 0.1 सेकंड एंड फ्रिक्वेंसी इज 10 हर्ट्स। ਹੁਣ ਦੇਖੋ ऑप्शन तो अपन क्लीयर हो रहा है, एक तो आप ਇਹਦਾ टाइम पीरियड पता करना, एक फ्रिक्वेंसी। ਇਹ ਤੁਹਾਨੂੰ ਫਾਰਮੂਲਾ ਧਿਆਨ 'ਚ ਰੱਖਣਾ ਪਊਗਾ। फ्रिक्वेंसी ਦਾ ਫਾਰਮੂਲਾ ਹੁੰਦਾ नंबर ऑफ टर्न्स अपॉन n अपॉन टाइम पीरियड। नंबर ऑफ टर्न्स देखो कितने 30 टाइम्स इन 3 सेकंड्स, नंबर ऑफ टर्न्स कितने 30 तो टाइम कितना अपने टी टाइम है 3 सेकंड्स, 30/3 इज इक्वल टू 10, मतलब अपने फ्रिक्वेंसी कितनी आ गई 10 हर्ट्स। फ्रिक्वेंसी यूनिट्स होंगे हर्ट्स। हूँ टाइम पीरियड का फॉर्मूला होंगे 1 फ्रिक्वेंसी, मतलब कितना आ जाऊगा ये 1/10 टाइम पीरियड कितना आ जाऊगा 1 फ्रिक्वेंसी होंगे 1/10, 1/10 का मतलब 0.1 सेकंड। फ्रिक्वेंसी कितनी आई सी अपने को 10, टाइम पीरियड कितना आ गया 0.1 सेकंड। इस करके सही ऑप्शन की होगा अपना सेकंड वन। नाउ नैक्सट क्वेश्चन अपने 70th, कहते आइडेंटिफाई द इनकरैक्ट स्टेटमेंट। ये भी आप 4 स्टेटमेंट दी हुई हैं, ये इनकरैक्ट स्टेटमेंट देखनी आप ध्यान नाल सॉल्व करने हैं। सब तो पहली स्टेटमेंट है कहते बॉल बीरिंग्स आर यूज टू इनक्रीज फ्रिक्शन बिटवीन पार्ट्स ऑफ अ मशीन। जो पार्ट्स ऑफ मशीन हो बॉल बीरिंग्स यूज करते हो, किस यूज करते कहते इनक्रीज फ्रिक्शन को इनक्रीज करने लिए। सैकेंड ऑप्शन है फ्रिक्शन बिटवीन 2 सरफेसिस कंटैक्ट कैन नैवर बी एलिमीनेटेड ऑन अर्थ। जी फ्रिक्शन होंगी है 2 सरफेसिस के विचाले, उन्होंने आप अर्थ के उत्ते कभी भी कहते एलिमीनेट नहीं कर सकते, बिल्कुल खत्म नहीं कर सकते। सही है, उन्होंने आप कभी भी ना एलिमीनेट नहीं कर सकते, कोई ना कोई तो रही है 0.091% तो रहूगी। रोलिंग फ्रिक्शन इज़ लैस दैन स्लाइडिंग फ्रिक्शन, ये भी सही है। देखो जो किस रोल करते जो बॉल रोल होंगी है, ठीक है, तो एक तुम स्लाइड करके आने स्लाइडिंग का झूला तो बच्चे स्लाइड करके आते वो फ्रिक्शन ज़्यादा लगती है। रोलिंग फ्रिक्शन हमेशा घट होंगी है स्लाइडिंग फ्रिक्शन नालों। फोर्थ ऑप्शन है फ्रिक्शन फोर्स ऑन एन ऑब्जैक्ट मूविंग थ्रू अ फ्लूइड डिपेंड्स अपॉन इट्स स्पेस शेप। फ्रिक्शन फोर्स है कहते ऑन एन ऑब्जैक्ट मूविंग थ्रू अ फ्लूइड डिपेंड्स ऑन इट्स, फ्रिक्शन कि डिपेंड करते हैं फ्लूइड वो डिपेंड करते हैं शेप पे। ये भी सही है, यह सही ऑप्शन है वो फर्स्ट वन। बॉल बीरिंग यूज टू इनक्रीज फ्रिक्शन बिटवीन पार्ट्स ऑफ अ मशीन, बॉल बीरिंग फ्रिक्शन इनक्रीज कर लिए यूज़ करते हैं मशीन के। नाउ नैक्सट क्वेश्चन है विच ऑफ द फॉलोइंग स्टेटमेंट इज आर करैक्ट। ये आपने नहीं पूछा हूँ कि करैक्ट पूछे इन्होंने कि स्टेटमेंट करैक्ट हो। फस्ट आयरन कैन रिप्लेस जिंक फ्रॉम जिंक सल्फेट आइन, कहते आयरन रिप्लेस कर सकता है जिंक फ्रॉम जिंक सल्फेट तो ZnSO4 तो।
जिंक कैन रिप्लेस कॉपर फ्रॉम कॉपर सल्फेट सोल्यूशन मतलब CuSO4 तो कॉपर कैन रिप्लेस आयरन फ्रॉम आयरन सल्फेट सोल्यूशन ਇਹਦੇ ਵਿੱਚ ਕੀ ਹੈ कॉपर रिप्लेस कर सकता आयरन ਨੂੰ फ्रॉम FeSO4 ठीक है ये ऑप्शन ने ओनली ए ओनली बी ए एंड बी ਤੇ B ਐਂਡ C ਹੁਣ ਦੇਖੋ ਇਹਦੇ ਵਿੱਚ ਆਪਾਂ ਨੂੰ ਇੱਕ ਰਿਐਕਟਿਵਿਟੀ ਸੀਰੀਜ਼ ਹੁੰਦੀ ਹੈ ਇਹ ਯਾਦ ਕਰਨੀ ਪਊਗੀ ਆਪਣੇ ਕੋਲ ਰਿਐਕਟਿਵਿਟੀ ਸੀਰੀਜ਼ ਹੈ ਇਹਨੂੰ ਯਾਦ ਕਰਨਾ ਪਊ ਆਪਾਂ ਨੂੰ ਸਭ ਤੋਂ ਪਹਿਲਾਂ ਹੁੰਦਾ ਪੋਟਾਸ਼ੀਅਮ ਸੋਡੀਅਮ ਕੈਲਸ਼ੀਅਮ ਮੈਗਨੀਸ਼ੀਅਮ ਐਲੂਮੀਨੀਅਮ ਉਰੇ ਐਲੂਮੀਨੀਅਮ ਹੋਊਗਾ जिंक आयरन लैड ਤੇ कॉपर ਇਹਦੇ ਕੀ ਹੈ ਨੀਚੇ ਜਾਂਦੇ ਹੋਏ ਰਿਐਕਟਿਵਿਟੀ ਕਰਦੀ ਹੈ ਡਿਕਰੀਜ਼ ਹੁਣ ਦੇਖੋ ਸੋਡੀਅਮ ਤੇ ਪੋਟਾਸ਼ੀਅਮ ਦੀ ਕੀ ਹੁੰਦੀ ਹੈ ਸਭ ਤੋਂ ਜ਼ਿਆਦਾ ਰਿਐਕਟਿਵਿਟੀ ਹੁੰਦੀ ਹੈ ਠੀਕ ਹੈ ਤੇ ਇਹਦੇ ਵਿੱਚ ਹੁਣ ਦੇਖੋ ਰਿਐਕਟਿਵਿਟੀ ਜਿਹਦੀ ਰਿਐਕਟਿਵਿਟੀ ਵੱਧ ਹੋਊਗੀ ਉਹ ਨੀਚਰਲੇ ਨੂੰ ਘੱਟ ਰਿਐਕਟਿਵਿਟੀ ਨੂੰ ਰੀਪਲੇਸ ਕਰ ਸਕਦਾ ਇਹ ਜਿਵੇਂ ਸਭ ਤੋਂ ਪਹਿਲਾਂ ਦੇਖੋ ਕਹਿੰਦੇ ਆਇਰਨ ਰੀਪਲੇਸ ਜਿੰਕ ਹੁਣ ਆਇਰਨ ਦੇਖੋ ਕਿੱਥੇ ਆਇਰਨ ਆ ਸੀ ਜਿੰਕ ਆ ਸੀ ਹੁਣ ਆਇਰਨ ਜਿੰਕ ਨੂੰ ਰੀਪਲੇਸ ਨਹੀਂ ਕਰ ਸਕਦਾ ਕਿਉਂਕਿ ਆਇਰਨ ਦੀ ਰਿਐਕਟਿਵਿਟੀ ਜਿੰਕ ਨਾਲੋਂ ਘੱਟ ਹੈ ਸੈਕਿੰਡ ਆਪਸ਼ਨ ਦੇਖੋ ਹੁਣ ਕਹਿੰਦੇ ਜਿੰਕ ਕੈਨ ਰੀਪਲੇਸ ਕਾਪਰ ਸਲਫੇਟ ਸੋਲਿਊਸ਼ਨ ਜਿੰਕ ਆ ਸੀ ਆਪਣੇ ਕੋਲੇ ਤੇ ਕਾਪਰ ਆ ਸੀ ਹਾਂ ਇਹ ਸਹੀ ਹੈ ਕਿਉਂਕਿ ਜਿੰਕ ਦੀ ਰਿਐਕਟਿਵਿਟੀ ਕੀ ਹੈ ਜ਼ਿਆਦਾ ਹੈ ਕਾਪਰ ਨਾਲੋਂ ਇਸ ਕਰਕੇ ਜਿੰਕ ਕਾਪਰ ਨੂੰ ਰੀਪਲੇਸ ਕਰ ਸਕਦਾ ਕਿਸੇ ਵੀ ਰਿਐਕਸ਼ਨ 'ਚ ਮਤਲਬ ਬੀ ਸਟੇਟਮੈਂਟ ਆਪਣੀ ਕੀ ਹੈ ਕਰੈਕਟ ਹੁਣ ਸੀ ਸਟੇਟਮੈਂਟ ਚੈੱਕ ਕਰਾਂਗੇ ਆਪਾਂ ਕਹਿੰਦੇ ਕਾਪਰ ਕੈਨ ਰੀਪਲੇਸ ਆਇਰਨ ਫਰੋਮ ਆਇਰਨ ਸਲਫੇਟ ਸੋਲਿਊਸ਼ਨ ਕਾਪਰ ਆਇਰਨ ਨੂੰ ਹੁਣ ਦੇਖੋ ਕਾਪਰ ਕਿੱਥੇ ਹੈ ਕਾਪਰ ਬਿਲਕੁਲ ਲਾਸਟ 'ਤੇ ਪਿਆ ਅਤੇ ਆਇਰਨ ਆਪਣਾ ਉੱਪਰ ਆ ਜਾਂਦਾ ਕਾਪਰ ਦੀ ਰਿਐਕਟਿਵਿਟੀ ਘੱਟ ਹੈ ਆਇਰਨ ਨਾਲੋਂ ਇਸ ਕਰਕੇ ਕਾਪਰ ਆਇਰਨ ਨੂੰ ਰੀਪਲੇਸ ਨਹੀਂ ਕਰ ਸਕਦਾ ਇਹ ਰਿਐਕਟਿਵਿਟੀ ਸੀਰੀਜ਼ ਤੁਹਾਨੂੰ ਯਾਦ ਕਰਨੀ ਪਊ ਸਭ ਤੋਂ ਪਹਿਲਾਂ ਪੋਟਾਸ਼ੀਅਮ ਸੋਡੀਅਮ ਕੈਲਸ਼ੀਅਮ ਮੈਗਨੀਸ਼ੀਅਮ ਐਲੂਮੀਨੀਅਮ ਜਿੰਕ ਆਇਰਨ ਲੈਡ ਐਂਡ ਕਾਪਰ ठीक है इसलिए ये भी सिर्फ अपनी बी स्टेटमेंट करेक्ट है आंसर सही ऑप्शन क्या है जो सेकंड ऑप्शन है सही है ओनली बी नैक्सट क्वेश्चन है 72 आइडेंटिफाई द करैक्ट स्टेटमेंट फ्रॉम अमंग द फॉलोइंग ये आपको पूछा करैक्ट स्टेटमेंट की है वही सब तो पहली ऑप्शन है क्लिनिकल थर्मोमीटर कैन बी यूज टू मेजर द टैंपरेचर ऑफ बॉइलिंग लिक्विड ਹੁਣ ਦੇਖੋ ਕਲੀਨਿਕਲ ਥਰਮਾਮੀਟਰ ਨੂੰ ਆਪਾਂ ਬੋਇਲਿੰਗ ਲਿਕੁਇਡ ਦਾ ਟੈਂਪਰੇਚਰ ਮੇਜਰ ਕਰਨ ਲਈ ਨਹੀਂ ਵਰਤ ਸਕਦੇ ਕਿਉਂਕਿ ਵਾਟਰ ਲੈ ਲਓ ਵਾਟਰ ਦਾ ਬੋਇਲਿੰਗ ਪੁਆਇੰਟ ਕੀ ਹੁੰਦਾ 100 ਡਿਗਰੀ ਸੈਲਸੀਅਸ ਹੁੰਦਾ ਬਟ ਜਿਹੜਾ ਕਲੀਨਿਕਲ ਥਰਮਾਮੀਟਰ ਹੈ ਉਹ 35 ਡਿਗਰੀ ਸੈਲਸੀਅਸ ਤੋਂ 42 ਡਿਗਰੀ ਸੈਲਸੀਅਸ ਤੱਕ ਹੀ ਮੇਜਰ ਕਰ ਸਕਦਾ ਇਸ ਕਰਕੇ ਇਹ ਆਪਸ਼ਨ ਕੀ ਹੋਗਾ ਗਲਤ ਸੈਕਿੰਡ ਆਪਸ਼ਨ ਹੈ ਰੂਮ ਟੈਂਪਰੇਚਰ ਹੈਵ ਅ ਰੇਂਜ ਫਰੋਮ 30 ਡਿਗਰੀ ਸੈਲਸੀਅਸ ਟੂ 100 ਡਿਗਰੀ ਸੈਲਸੀਅਸ ਇਹਦਾ ਓਬਵੀਅਸ ਤੁਸੀਂ ਆਪ ਹੀ ਸੋਚ ਸਕਦੇ ਹੋ ਤਾਂ ਕਾਮਨ ਸੈਂਸ ਹੈ ਰੂਮ ਟੈਂਪਰੇਚਰ 30 ਟੂ 50 ਡਿਗਰੀ ਸੈਲਸੀਅਸ ਮੈਕਸਿਮਮ 50 ਉਹ ਵੀ ਮੈਂ ਵੈਸੇ ਹੀ ਕਹਿ ਰਿਹਾ 50 ਹੋ ਸਕਦਾ ਬਟ 100 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਨਹੀਂ ਜਾ ਸਕਦਾ ਇਹ ਤਾਂ ਬਹੁਤ ਜ਼ਿਆਦਾ ਚੀਜ਼ਾਂ ਮੈਲਟ ਕਰਨੀਆਂ ਸ਼ੁਰੂ ਹੋ ਜਾਣੀਆਂ ਥਰਡ ਆਪਸ਼ਨ ਹੈ ਲੈਬੋਰੇਟਰੀ ਥਰਮੋਮੀਟਰ ਹੈਵ ਅ ਰੇਂਜ ਫਰੋਮ 35 ਡਿਗਰੀ ਸੈਲਸੀਅਸ ਟੂ 42 ਡਿਗਰੀ ਸੈਲਸੀਅਸ ਇਹ ਵੀ ਸਟੇਟਮੈਂਟ ਇਨਕਰੈਕਟ ਹੈ ਲੈਬੋਰੇਟਰੀ ਥਰਮੋਮੀਟਰ ਦੀ ਰੇਂਜ ਹੁੰਦੀ ਹੈ -10 ਡਿਗਰੀ ਸੈਲਸੀਅਸ ਤੋਂ ਲੈ ਕੇ 110 ਡਿਗਰੀ ਸੈਲਸੀਅਸ ਤੱਕ ਇਹ ਸਟੇਟਮੈਂਟ ਵੀ ਕੀ ਹੋਗੀ ਇਨਕਰੈਕਟ फोर्थ ऑप्शन है कहते रेंज ऑफ अ लैबोरेटरी थर्मोमीटर इज ग्रेटर दैन दैट ऑफ क्लिनिकल थर्मोमीटर हूँ देखो आप दोनों ही रेंज पहले डिस्कस कर चुके हैं क्लिनिकल थर्मोमीटर की रेंज की होंगी 35 डिग्री सैल्सीयस तो लैके 42 डिग्री सैल्सीयस तक तो एक लैबोरेटरी थर्मोमीटर की रेंज होंगी -10 डिग्री सैल्सीयस तो 110 डिग्री ये तो अपने ओबवियसली पता लग रहा है भी लैबोरेटरी थर्मोमीटर की रेंज ज़्यादा है एज़ कंपेयर टू क्लिनिकल थर्मोमीटर सो करैक्ट ऑप्शन इज फोर्थ वन यह सही ऑप्शन की है 4 नाउ नैक्सट क्वेश्चन है 73rd आइडेंटिफाई द इनकरैक्ट स्टेटमेंट ਇਹਦੇ ਵਿੱਚ ਵੀ ਆਪਾਂ 4 ਸਟੇਟਮੈਂਟ ਦਿੱਤੀਆਂ ਹੋਈਆਂ ਆਪਾਂ ਨੂੰ ਪੁੱਛਿਆ ਗਿਆ ਇਹਨਾਂ ਵਿੱਚੋਂ ਇਨਕਰੈਕਟ ਸਟੇਟਮੈਂਟ ਕਿਹੜੀ ਹੈ ਫਸਟ ਆਪਸ਼ਨ ਹੈ ਕੈਲੋਰੀਫਿਕ ਵੈਲਿਊ ਆਫ ਕੈਰੋਸਿਨ ਇਜ਼ ਮੋਰ ਦੈਨ ਦੇਟ ਆਫ ਕੋਲ ਇਹ ਕਰੈਕਟ ਸਟੇਟਮੈਂਟ ਇਨਕਰੈਕਟ ਹੈ ਸੈਕਿੰਡ ਆਪਸ਼ਨ ਹੈ ਕੈਲੋਰੀਫਿਕ ਵੈਲਿਊ ਆਫ ਕੋਲ ਇਜ਼ ਮੋਰ ਦੈਨ ਦੇਟ ਆਫ ਵੁੱਡ ਕੈਲੋਰੀਫਿਕ ਵੈਲਿਊ ਹੁੰਦੀ ਹੈ ਜਿਹੜੀ ਆਪਣੀ ਇਹ ਕਿਤੇ ਡਿਪੈਂਡ ਕਰਦੀ ਹੈ ਮਤਲਬ ਕੋਈ ਵੀ ਚੀਜ਼ ਹੈ ਮੰਨ ਲਓ ਉਹਦਾ 1 ਗ੍ਰਾਮ ਸਬਸਟਾਂਸ ਲੈ ਰਹੇ ਆਪਾਂ ਉਹ 1 ਗ੍ਰਾਮ ਸਬਸਟਾਂਸ ਵਿੱਚ ਕਿੰਨੀ ਜ਼ਿਆਦਾ ਹੀਟ ਦਿੰਦੀ ਆ ਉਹ ਆਪਾਂ ਨੂੰ ਉਹਨੂੰ ਕਹਿੰਦੇ ਆ ਕੈਲੋਰੀਫਿਕ ਵੈਲਿਊ ਆਫ ਕੈਰੋਸੀਨ ਕਹਿ ਸਕਦੇ ਹਾਂ ਕੋਲ LPG ਜਿਵੇਂ ਆਪਾਂ ਘਰੇ LPG ਯੂਜ਼ ਕਰਦੇ ਹਾਂ ਇਹਦੀ ਕੈਲੋਰੀਫਿਕ ਵੈਲਿਊ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਵੁੱਡ ਅਤੇ ਕੈਰੋਸੀਨ ਆਇਲ ਨਾਲੇ ਈਜ਼ੀਲੀ ਅਵੇਲੇਬਲ ਹੈ ਅਤੇ ਚੀਪ ਕੋਸਟ ਠੀਕ ਹੈ ਇਸ ਕਰਕੇ ਆਪਾਂ LPG ਘਰੇ ਯੂਜ਼ ਕਰਦੇ ਹਾਂ ਸੈਕਿੰਡ ਇਜ਼ ਕੈਲੋਰੀਫਿਕ ਵੈਲਿਊ ਆਫ ਬਾਇਓਗੈਸ ਇਜ਼ ਮੋਰ ਦੈਨ ਦੈਟ ਆਫ LPG ਐਂਡ ਕੈਲੋਰੀਫਿਕ ਵੈਲਿਊ ਆਫ CNG ਇਜ਼ ਮੋਰ ਦੈਨ ਦੈਟ ਆਫ ਡੀਜ਼ਲ ਸਹੀ ਆਪਸ਼ਨ ਆਊਗਾ ਦਾ ਥਰਡ ਵਨ ਠੀਕ ਹੈ ਬਾਇਓਗੈਸ ਆਪਾਂ ਘਰੇ ਨਹੀਂ ਯੂਜ਼ ਕਰ ਸਕਦੇ ਕਿਉਂਕਿ ਡੇਂਜਰਸ ਹੁੰਦੀ ਹੈ LPG ਈਜ਼ੀਲੀ ਮਿਲ ਜਾਂਦੇ ਨੇ ਚੀਪੈਸਟ ਕੋਸਟ ਹੁੰਦੀ ਹੈ ਨਾਲੇ ਫਰੈਂਡਲੀ ਹੁੰਦੀ ਹੈ ਇਨਵਾਇਰਮੈਂਟ ਫਰੈਂਡਲੀ ਇਸ ਲਈ ਆਪਾਂ ਘਰੇ LPG ਯੂਜ਼ ਕਰਦੇ ਹਾਂ ਇਹ ਸਹੀ ਆਪਸ਼ਨ ਆਊ ਥਰਡ ਵਨ ਨੈਕਸਟ ਕੁਐਸਚਨ ਹੈ ਇਹ ਬੱਸ ਟਰੈਵਲ ਐਟ ਅ ਸਪੀਡ ਆਫ 50 ਕਿਲੋਮੀਟਰ ਪਰ ਹਾਰ ਫॉर 12 ਮਿੰਟਸ ਐਂਡ ਦੈਟ ਐਟ ਅ ਸਪੀਡ ਆਫ 40 ਕਿਲੋਮੀਟਰ ਪਰ ਹਾਰ ਫॉर ਦ ਨੈਕਸਟ 18 ਮਿੰਟਸ ਟੋਟਲ ਡਿਸਟੈਂਸ ਕਵਰਡ ਬਾਈ ਦ ਬੱਸ ਡਿਊਰਿੰਗ ਦਿਸ ਟਾਈਮ ਇਜ਼ ਹੁਣ ਦੇਖੋ ਇੱਕ ਬੱਸ ਹੈ ਟਰੈਵਲ ਕਰ ਰਹੀ ਹੈ ਸਪੀਡ ਦਿੱਤੀ ਹੋਈ ਦੀ 50 ਕਿਲੋਮੀਟਰ ਪਰ ਹਾਰ ਇਹਨੂੰ ਆਪਾਂ ਸੋਲਵ ਕਰਾਂਗੇ ਨਿਊਮੈਰੀਕਲ ਆਪਣਾ ਸਪੀਡ ਪਹਿਲਾਂ ਕਿੰਨੀ ਹੈ 50 ਕਿਲੋਮੀਟਰ ਪਰ ਹਾਰ ਹੈ ਅਤੇ ਟਰੈਵਲ ਕਿੰਨੇ ਕਰ ਰਹੀ ਹੈ 12 ਮਿੰਟਸ ਨਾਲ ਠੀਕ ਹੈ ਬਾਅਦ 'ਚੋਂ ਕੀ ਹੈ ਸਪੀਡ ਉਹਦੀ 40 ਕਿਲੋਮੀਟਰ ਪਰ ਹਾਰ ਅਤੇ ਫੋਰ ਦਾ ਨੈਕਸਟ 18 ਮਿੰਟਸ ਅਗਲੇ 18 ਮਿੰਟਾਂ ਲਈ ਉਹ ਕਿੰਨੇ ਸਪੀਡ ਨਾਲ ਟਰੈਵਲ ਕਰ ਰਹੀ ਹੈ
18 ਮਿੰਟਸ ਹੈ। ਟੋਟਲ ਡਿਸਟੈਂਸ ਕਵਰਡ ਬਾਈ ਦਾ ਬੱਸ, ਮਤਲਬ ਆਪਾਂ ਕਰਾਂਗੇ ਬਸ ਦੋਨਾਂ ਸਪੀਡ ਦਾ ਫਾਰਮੂਲਾ ਪਤਾ ਹੀ ਹੈ ਤੁਹਾਨੂੰ, ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਆਪਾਂ ਇਹਦੇ ਵਿੱਚੋਂ ਕੱਢਣਾ ਕੀ ਹੈ, ਡਿਸਟੈਂਸ ਕੈਲਕੂਲੇਟ ਕਰਨਾ। ਡਿਸਟੈਂਸ ਕੈਲਕੂਲੇਟ ਕਰਨ ਲਈ ਫਾਰਮੂਲਾ ਕੀ ਹੋ ਜਾਊਗਾ, ਸਪੀਡ ਇਨਟੂ ਟਾਈਮ। ਬਸ ਇਹਨਾਂ ਦੋਨਾਂ ਨੂੰ ਕਰ ਦਾਂਗੇ ਪਲੱਸ ਕਰ ਦਾਂਗੇ, ਸਪੀਡ ਇਨਟੂ ਟਾਈਮ। ਸਪੀਡ ਕਿੰਨੀ ਹੈ ਪਹਿਲੇ 'ਚ, ਜਿਵੇਂ 50 ਕਿਲੋਮੀਟਰ ਪਰ ਹਾਰ ਅਤੇ 12 ਮਿੰਟਸ। ਹੁਣ ਮਿੰਟਸ ਨੂੰ ਆਪਾਂ ਉਹ 'ਚ ਸੈਕਿੰਡਸ ਵੀ ਹਾਵਰਸ ਵੀ ਚੇਂਜ ਕਰਾਂਗੇ, ਇਸ ਲਈ ਇਹਨੂੰ ਡਿਵਾਈਡ ਬਾਈ 60 ਪਲੱਸ 40 ਮਲਟੀਪਲਾਈ ਬਾਈ 18 ਕੀ ਹੈ ਮਿੰਟਸ ਆ, ਇਸ ਲਈ ਡਿਵਾਈਡ ਬਾਈ 60 ਨੂੰ ਹਾਰਸ ਚੇਂਜ ਕਰੀਏ, ਕਿਉਂਕਿ ਸਾਰੇ ਇਕੁਏਸ਼ਨ ਕੀ ਹੈ ਕਿਲੋਮੀਟਰ ਪਰ ਹਾਰ 'ਚ ਹੀ ਜਾਊਗਾ ਆਪਣਾ। ਹੁਣ ਇਹਨੂੰ ਆਪਾਂ ਸਿੰਪਲੀਫਾਈ ਕਰ ਲੈਂਦੇ ਹਾਂ, 6 2 12, ਇੱਧਰ ਤਾਂ ਜੋ ਆਪਣੇ ਲਵੇ 10 ਪਲੱਸ, ਅਤੇ ਇਹਨੂੰ ਸੋਲਵ ਕਰਕੇ 40 'ਚ ਆਪਣੇ ਲਵੇ 0 ਨਾਲ 0 ਗਿਆ, 6 3 18, 4 3 12, 10 ਪਲੱਸ 12 ਇਜ਼ ਇਕੁਅਲ ਟੂ 22, ਇਸ ਲਈ ਸਹੀ ਆਪਸ਼ਨ ਕੀ ਆ ਗਿਆ ਇਹਦਾ 12 ਕਿਲੋਮੀਟਰ। ਟੋਟਲ ਡਿਸਟੈਂਸ ਬੱਸ ਨੇ ਕਿੰਨਾ ਟਰੈਵਲ ਕੀਤਾ, 22 ਕਿਲੋਮੀਟਰ ਟਰੈਵਲ ਕੀਤਾ। ਹੁਣ ਦੇਖੋ ਇਹ 'ਚ ਦੁਬਾਰਾ ਸਮਝਾਉਣਾ ਮੈਂ, ਸਪੀਡ ਦਾ ਫਾਰਮੂਲਾ ਹੈ ਡਿਸਟੈਂਸ ਅਪੋਨ ਟਾਈਮ, ਮਤਲਬ ਇਹ 'ਚ ਡਿਸਟੈਂਸ ਕੈਲਕੂਲੇਟ ਕਰਨਾ, ਡਿਸਟੈਂਸ ਦਾ ਫਾਰਮੂਲਾ ਕ੍ਰੋਸ ਮਲਟੀਪਲਾਈ ਕਰਤੀ ਸਪੀਡ ਇਨਟੂ ਟਾਈਮ। ਦੋਨੋਂ ਆਪਸ਼ਨਾਂ ਦੇ ਦੋ ਕੇਸ ਲੈ ਲਏ, ਪਹਿਲੇ ਸਪੀਡ ਕਿੰਨੀ 50 ਟਾਈਮ 12 ਮਿੰਟ ਸੀ, 12 ਮਿੰਟਸ ਨੂੰ ਹਾਰਸ ਚੇਂਜ ਕਰਨ ਲਈ ਡਿਵਾਈਡ ਬਾਈ 60, 50 ਮਲਟੀਪਲਾਈ ਬਾਈ 12 ਅਪੋਨ 60 ਪਲੱਸ ਅਗਲੇ 'ਚ ਵੀ 40 ਮਲਟੀਪਲਾਈ ਬਾਈ 18 ਅਪੋਨ 60, 18 ਮਿੰਟਸ से 40 ਕਿਲੋਮੀਟਰ ਵੇ, ਜੋ ਇਹਨਾਂ ਸਿੰਪਲੀਫਾਈ ਕੀਤਾ 10 ਪਲੱਸ 12 22 ਕਿਲੋਮੀਟਰ ਕੀ ਹੈਗਾ ਆਪਣਾ ਆਨਸਰ ਆ ਗਿਆ। ਨਾਓ ਨੈਕਸਟ ਕੁਐਸਚਨ ਹੈ, ਆਈਡੈਂਟੀਫਾਈ ਦ ਇਨਕਰੈਕਟ ਸਟੇਟਮੈਂਟ ਫਰੋਮ ਦਾ ਅਮੰਗ ਆਫ ਦਾ ਫੋਲੋਇੰਗ। ਕਹਿੰਦਾ ਇਹਨਾਂ ਵਿੱਚੋਂ ਇੱਕ ਇਨਕਰੈਕਟ ਸਟੇਟਮੈਂਟ ਦੱਸੋ ਕਿਹੜੀ ਹੈ। ਮੋਸ਼ਨ ਆਫ ਦਾ ਅਰਥ ਅਰਾਊਂਡ ਇਟਸ ਐਕਸਿਸ ਪੀਰੀਓਡਿਕ ਮੋਸ਼ਨ, ਸਹੀ ਹੈ। ਮੋਸ਼ਨ ਅਰਥ ਦਾ ਜਿਹੜਾ ਅਰਾਊਂਡ ਇਟਸ ਐਕਸਿਸ ਪੀਰੀਓਡਿਕ ਮੋਸ਼ਨ ਹੈ 24 ਹਾਰਸ ਇੱਕ ਰੋਟੇਸ਼ਨ ਕੰਪਲੀਟ ਕਰਦਾ, ਪੀਰੀਓਡਿਕ ਮੋਸ਼ਨ ਹੈ। ਨੈਕਸਟ ਆਪਸ਼ਨ ਹੈ ਮੋਸ਼ਨ ਆਫ ਲਾਈਟ ਇਜ਼ ਰੈਕਟੀਲੀਨੀਅਰ ਮੋਸ਼ਨ, ਹਾਂ ਠੀਕ ਹੈ। ਇਹ ਵੀ ਕੀ ਹੁੰਦਾ ਹਮੇਸ਼ਾ ਲਾਈਟ ਦਾ ਮੋਸ਼ਨ ਕੀ ਹੁੰਦਾ ਰੈਕਟੀਲੀਨੀਅਰ, ਮਤਲਬ ਸਰਲ ਰੇਖਾ ਹਮੇਸ਼ਾ ਸਟੇਟ ਲਾਈਨ 'ਚ ਲਾਈਟ ਟਰੈਵਲ ਕਰਦੀ ਹੈ। ਮੋਸ਼ਨ ਆਫ ਪਲੱਗਡ ਸਟਰਿੰਗ ਆਫ ਅ ਸਿਤਾਰ ਇਜ਼ ਆਕਸੀਲੇਟਰੀ ਮੋਸ਼ਨ, ਜਿਵੇਂ ਮੰਨ ਲਓ ਆਪਣੇ ਸਿਤਾਰ ਦੀ ਇੱਕ ਸਟਰਿੰਗ ਹੈ, ਉਹਨੂੰ ਆਪਾਂ ਵਜਾਉਂਦੇ ਹਾਂ ਸਿਤਾਰ ਨੂੰ, ਉਹਦਾ ਕੀ ਹੁੰਦਾ ਆਕਸੀਲੇਟਰੀ ਮੋਸ਼ਨ ਹੁੰਦਾ ਉਹ ਵੀ, ਠੀਕ ਹੈ। ਇਹ ਵੀ ਸਹੀ ਹੈ, ਕਰੈਕਟ ਸਟੇਟਮੈਂਟ ਹੈ। ਫੋਰਥ ਵਨ, ਆਲ ਪੀਰੀਓਡਿਕ ਮੋਸ਼ਨਸ ਆਰ ਸਰਕੂਲਰ ਮੋਸ਼ਨ, ਨਹੀਂ ਇਹ ਗਲਤ ਹੈ। ਆਲ ਪੀਰੀਓਡਿਕ ਮੋਸ਼ਨ ਸਰਕੂਲਰ ਮੋਸ਼ਨ ਨਹੀਂ ਹੋ ਸਕਦੀ, ਜਿਵੇਂ ਇਹ 'ਚ ਲੈ ਸਕਦੇ ਹੋ ਤੁਸੀਂ ਪੈਂਡੂਲਮ ਦੀ ਐਗਜ਼ਾਮਪਲ। ਪੈਂਡੂਲਮ ਕੀ ਹੈ ਪੂਰਾ ਸਰਕਲ ਨਹੀਂ ਕੰਪਲੀਟ ਕਰਦਾ, ਬਸ ਉਹਨੂੰ ਆਪਾਂ ਇੱਕ ਵਾਰੀ ਫੋਰਸ ਐਕਸਟਰਨਲ ਫੋਰਸ ਅਪਲਾਈ ਕਰਨੀ ਹੈ, ਬਾਅਦ 'ਚੋਂ ਖੁਦ ਉਹ ਆਕਸੀਲੇਟ ਕਰਦਾ ਰਹਿੰਦਾ, ਬਟ ਉਹ ਹੁੰਦਾ ਕੀ ਹੈ ਪੀਰੀਓਡਿਕ ਮੋਸ਼ਨ ਹੈ, ਠੀਕ ਹੈ। ਇਸ ਕਰਕੇ ਫੋਰਥ ਸਟੇਟਮੈਂਟ ਕੀ ਹੈ ਆਪਣੀ ਇਨਕਰੈਕਟ। ਨੈਕਸਟ ਆਪਸ਼ਨ ਹੈ ਕੁਐਸਚਨ ਹੈ ਸੋਰੀ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਆਰ ਕਰੈਕਟ ਰਿਗਾਰਡਿੰਗ ਇਮੇਜ ਫਾਰਮੇਸ਼ਨ ਇਨ ਪਲੇਨ ਮਿਰਰ। ਹੁਣ ਆਪਾਂ ਨੂੰ ਇਮੇਜ ਫਾਰਮੇਸ਼ਨ ਬਾਰੇ ਦੱਸਿਆ ਪਲੇਨ ਮਿਰਰ 'ਚ, ਇਹਦੇ ਵਿੱਚ ਸਟੇਟਮੈਂਟ ਦੱਸੋ ਕਿ ਕਰੈਕਟ ਹੈ ਕਿਹੜੀ ਗਲਤ ਹੈ। ਫਸਟ ਆਪਸ਼ਨ ਇਮੇਜ ਇਜ਼ ਇਰੈਕਟ, ਸਹੀ ਹੈ। ਮਿਰਰ 'ਚ ਆਪਾਂ ਦੇਖਦੇ ਹਾਂ ਹਮੇਸ਼ਾ ਇਰੈਕਟ ਇਮੇਜ ਹੁੰਦੀ ਹੈ, ਮਤਲਬ ਸਿੱਧੀ ਇਮੇਜ ਹੁੰਦੀ ਹੈ। ਨੈਕਸਟ ਹੈ ਇਮੇਜ ਇਜ਼ ਰੀਅਲ, ਇਹ ਵੀ ਸਹੀ ਹੈ। ਇਮੇਜ ਹਮੇਸ਼ਾ ਕੀ ਹੁੰਦੀ ਹੈ, ਨੋ ਸੋਰੀ ਇਮੇਜ ਰੀਅਲ ਨਹੀਂ ਹੁੰਦੀ, ਇਹਦੇ ਵਿੱਚ ਕੀ ਹੁੰਦੀ ਹੈ ਵਿਰਚੁਅਲ ਇਮੇਜ ਹੁੰਦੀ ਹੈ ਆਪਣੀ। ਨੈਕਸਟ ਆਪਸ਼ਨ ਹੈ ਇਮੇਜ ਇਜ਼ ਲੇਟਰਲੀ ਇਨਵਰਟਡ, ਇਹ ਵੀ ਸਹੀ ਹੈ। ਇਮੇਜ ਆਪਣੇ ਧਿਆਨ ਨਾਲ ਦੇਖੋ ਥੋੜ੍ਹਾ ਜਿਹਾ ਫਰਕ ਹੁੰਦਾ, ਉਹ 'ਚ ਤੁਸੀਂ ਚੈੱਕ ਕਰ ਸਕਦੇ ਹੋ, ਲਿਟਰਲੀ ਇਨਵਰਟਡ ਹੁੰਦੀ ਹੈ ਆਪਣੀ ਇਮੇਜ। ਇਮੇਜ ਸਾਈਜ਼ ਇਜ਼ ਸੇਮ ਦੈਟ ਓਬਜੈਕਟ, ਇਮੇਜ ਆਪਣੀ ਸੇਮ ਹੀ ਹੁੰਦੀ ਹੈ, ਜਿਸ ਤਰ੍ਹਾਂ ਕੋਈ ਵੀ ਓਬਜੈਕਟ ਮੂਹਰੇ ਰੱਖਦੇ ਆ ਪਲੇਨ ਮਿਰਰ ਦੇ, ਉਹ ਸੇਮ ਇਮੇਜ ਆਪਾਂ ਨੂੰ ਸੇਮ ਸਾਈਜ਼ ਹੀ ਹੁੰਦਾ ਇਮੇਜ ਦਾ ਵੀ। ਆਪਸ਼ਨ ਦਿੱਤੇ ਹੋਏ ABC ACD BCD ABD। ਹੁਣ ਦੇਖੋ ਬੀ ਆਪਸ਼ਨ ਕੀ ਹੈ ਆਪਣਾ ਗਲਤ ਹੈ, ਇਹ 'ਚ ਬੀ ਆਪਸ਼ਨ ਇਨਕਰੈਕਟ ਹੈ, ਇਸ ਲਈ ਬੀ ਨੂੰ ਛੱਡ ਦਿਓ। ਇਹ ਵੀ ਗਲਤ ਹੋ ਜਾਊਗਾ, ਇਹ ਵੀ ਗਲਤ ਹੋ ਗਿਆ, ਇਹ ਵੀ ਗਲਤ ਹੋਇਆ। ਸਹੀ ਆਪਸ਼ਨ ਕੀ ਹੈ ਆਪਣਾ ਸੈਕਿੰਡ। ਅਤੇ ਇਹਦੇ ਵਿੱਚ ਦੇਖੋ ਕੋਈ ਕੁਐਸਚਨ ਮੰਨ ਲਓ ਤੁਹਾਨੂੰ ਕਨਫਿਊਜ਼ਨ ਹੈ, ਉਹ ਤੁਸੀਂ ਸਹੀ ਆਪਸ਼ਨ ਲੱਭਣਾ ਹੈ। ਪਹਿਲਾਂ ਐਲੀਮੀਨੇਸ਼ਨ ਆਫ MCQs ਕਰ ਲਿਆ ਕਰੋ ਵੀ ਕਿਹੜੇ ਕਿਹੜੇ ਐਲੀਮੀਨੇਟ ਕਰੋ, ਜਿਵੇਂ ਇਹ 'ਚ ਆਪਾਂ 3 ਐਲੀਮੀਨੇਟ ਕਰ ਲਏ, ਆਪਣੇ ਲਾਸਟ ਇੱਕ ਆਪਸ਼ਨ ਬਚ ਗਿਆ, ਉਹਦੇ ਕਿਉਂ ਕਰੈਕਟ ਆਪਸ਼ਨ ਮਿਲ ਜਾਊ ਆਪਾਂ ਨੂੰ। ਨੈਕਸਟ ਕੁਐਸਚਨ ਹੈ 77, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਟਰੂ ਵਿਦ ਰਿਸਪੈਕਟ ਟੂ ਦਾ ਨੇਚਰ ਆਫ ਸਾਇੰਸ। ਇਹਨਾਂ ਵਿੱਚੋਂ ਕਹਿੰਦੇ ਕਿ ਇਹ ਟਰੂ ਨਹੀਂ ਹੈ ਵਿਦ ਰਿਸਪੈਕਟ ਟੂ ਨੇਚਰ ਆਫ ਸਾਇੰਸ। ਫਸਟ ਸਟੇਟਮੈਂਟ ਹੈ ਸਾਇੰਸ ਇਜ਼ ਐਨ ਇੰਟਰਡਿਸਪਲਿਨਰੀ ਏਰੀਆ ਆਫ ਲਰਨਿੰਗ, ਸਹੀ ਹੈ। ਕਹਿੰਦੇ ਵਿਗਿਆਨ ਸਿੱਖਣਾ ਵਿੱਚ ਇੱਕ ਪਰਟੀਕੂਲਰ ਏਰੀਆ, ਉਹਦੇ ਵਿੱਚ ਆਪਾਂ ਸਾਇੰਸ ਸਿੱਖ ਸਕਦੇ ਹਾਂ। ਸਾਇੰਸ ਇਜ਼ ਆਲਵੇਜ਼ ਟੈਂਟਿਵ, ਇਹ ਹਮੇਸ਼ਾ ਅਸਥਾਈ ਹੁੰਦੀ ਹੈ, ਠੀਕ ਹੈ। ਇਹ ਵੀ ਸਹੀ ਹੈ ਆਪਸ਼ਨ। थर्ड ऑप्शन है साइंस प्रमोट्स प्रैक्टिज्म, संदेहवाद को बढ़ावा देता है, ठीक है, ये भी सही है। साइंस इज इक्वलेंट टू अ सेट ऑफ फैक्ट्स। फोर्थ की इनकरेक्ट है, ये फैक्ट नहीं होंगे, ठीक है। नेक्स्ट ऑप्शन है 78, एज पर NCF 2005 नैशनल करिकुलम फ्रेमवर्क 2005 गुड साइंस एजुकेशन शुड बी दा। ये हम अपने पैडागोजी के क्वेश्चन आ गए कुछ को। कहते NCF 2005 के अकॉर्डिंग गुड साइंस एजुकेशन की है, ट्रू टू साइंस टीचर के प्रति निष्ठ होनी चाहिए है, ट्रू टू चाइल्ड के प्रति सही होनी चाहिए है, ट्रू टू द अचीवमेंट ऑफ द स्कूल, ट्रू इन्वायरमेंट ऑफ द स्कूल दे ट्रू होनी चाहिए, ट्रू टू द क्लासरूम कल्चर। ये सही ऑप्शन है, ट्रू टू द चाइल्ड। हमेशा NCF किते जोड़ दिंदा है, सेंटर टू दी चाइल्ड, हमेशा चाइल्ड एजुकेशन बारे
ਚਾਈਲਡ ਸੈਂਟਰਡ ਐਜੂਕੇਸ਼ਨ ਬਾਰੇ ਪ੍ਰਮੋਟ ਕਰਦੀ ਹੈ NCF, ਇਸ ਕਰਕੇ ਸਹੀ ਆਪਸ਼ਨ ਹੋਊ ਇਹਦਾ ਸੈਕਿੰਡ ਵਨ। ਨੈਕਸਟ ਕੁਐਸਚਨ ਹੈ 79th, ਵਿਚ ਆਫ ਦ ਫੋਲੋਇੰਗ ਵੈਲਿਡਿਟੀਜ਼ ਆਫ ਅ ਗੁੱਡ ਸਾਇੰਸ ਐਜੂਕੇਸ਼ਨ ਕਰਿਕੂਲਮ ਇਜ਼ ਸੈਟਿਸਫਾਈਡ ਬਾਈ ਐਕਟੀਵਿਟੀ ਐਂਡ ਐਕਸਪੈਰੀਮੈਂਟ। ਕਹਿੰਦੇ ਇਹਦੇ ਵਿੱਚੋਂ ਗੁੱਡ ਸਾਇੰਸ ਐਜੂਕੇਸ਼ਨ ਦਾ ਕਰਿਕੂਲਮ ਕਿਹੜਾ ਸੈਟਿਸਫਾਈ ਕਰਦਾ ਹੈ ਜਦੋਂ ਆਪਾਂ ਐਕਟੀਵਿਟੀ ਜਾਂ ਐਕਸਪੈਰੀਮੈਂਟ ਕਰਵਾਉਂਦੇ ਹਾਂ ਬੱਚਿਆਂ ਨੂੰ। ਫਸਟ ਕੋਗਨੀਟਿਵ ਐਬਿਲਿਟੀ ਮਤਲਬ ਦਿਮਾਗੀ ਤੌਰ 'ਤੇ, ਸੈਕਿੰਡ ਹਿਸਟੋਰੀਕਲੀ ਇਤਿਹਾਸਿਕ ਤੌਰ 'ਤੇ, ਥਰਡ ਇਨਵਾਇਰਮੈਂਟਲੀ ਪਰਿਆਵਰਨ ਦੇ ਤੌਰ 'ਤੇ, ਫੋਰਥ ਪ੍ਰੋਸੈਸ ਪ੍ਰਕਿਰਿਆਤਮਕ ਮਤਲਬ ਜਿਹੜੀ ਚੀਜ਼ ਕਰ ਰਿਹਾ ਹੈ। ਇਹ ਸਹੀ ਆਪਸ਼ਨ ਆਊ ਫੋਰਥ ਵਨ, ਪ੍ਰੋਸੈਸ ਜਿਹੜੀ ਪ੍ਰਕਿਰਿਆ ਉਹ ਕਰ ਰਿਹਾ ਬੱਚਾ ਖੁਦ। ਨੈਕਸਟ ਆਪਸ਼ਨ ਕੁਐਸਚਨ ਆਪਣੇ 80, ਅਨੂ ਟੁੱਕ ਹਰ ਕਲਾਸ 8th ਚਿਲਡਰਨ ਟੂ ਫੀਲਡ ਟ੍ਰਿਪ ਵਿਚ ਆਫ ਦ ਫੋਲੋਇੰਗ ਕੁਡ ਬੀ ਦ ਮੋਸਟ ਐਪਰੋਪਰੀਏਟ ਓਬਜੈਕਟਿਵਸ ਫॉर ਦਿਸ ਐਕਟੀਵਿਟੀ। ਕਹਿੰਦੇ ਇੱਕ ਟੀਚਰ ਹੈ ਨੂੰ ਉਹ ਕਲਾਸ 8 ਦੇ ਚਿਲਡਰਨਸ ਨੂੰ ਇੱਕ ਫੀਲਡ ਟ੍ਰਿਪ 'ਤੇ ਲੈ ਕੇ ਜਾਂਦੀ ਹੈ। ਕਹਿੰਦੇ ਉਹ 'ਚੋਂ ਕਿਹੜਾ ਓਬਜੈਕਟਿਵ ਉਹਦਾ ਸਹੀ ਹੋਊਗਾ। ਫਸਟ ਆਪਸ਼ਨ ਹੈ ਇਟ ਇਨਕਰੀਜ਼ ਇੰਟਰੈਕਸ਼ਨ ਮੰਗ ਚਿਲਡਰਨ। ਕਹਿੰਦੇ ਇਹਦੇ ਨਾਲ ਇੰਟਰੈਕਸ਼ਨਸ ਵਧੂਗੀ ਬੱਚਿਆਂ ਵਿੱਚ, ਇੱਕ ਦੂਜੇ ਨਾਲ ਉਹ ਗੱਲਬਾਤ ਕਰਨਗੇ। ਸਹੀ ਆਪਸ਼ਨ ਹੈ, ਠੀਕ ਹੈ। ਨੈਕਸਟ ਆਪਸ਼ਨ ਹੈ ਇਟ ਪ੍ਰਮੋਟਸ ਪ੍ਰੋਸੈਸ ਸਕਿੱਲਸ ਥਰੂ ਕੰਕਰੀਟ ਐਕਸਪੀਰੀਅੰਸ। ਇਹਦੇ ਨਾਲ ਉਹਨਾਂ ਦੀ ਸਕਿੱਲਸ ਨੂੰ ਵਾਧਾ ਮਿਲੂਗਾ ਅਤੇ ਇੱਕ ਦੂਜੇ ਤੋਂ ਦੇਖ ਕੇ ਉਹ ਸਿੱਖਣਗੇ, ਐਕਸਪੀਰੀਅੰਸ ਹੋਊਗਾ ਉਹਨਾਂ ਨੂੰ, ਚੀਜ਼ਾਂ ਖੁਦ ਐਕਸਪੀਰੀਅੰਸ ਕਰਨਗੇ। ਇਹ ਵੀ ਸਹੀ ਹੈ, ਜੋ ਬਾਈ ਇਨਵਾਇਰਮੈਂਟਲੀ ਲਰਨਿੰਗ ਬਾਈ ਡੂਇੰਗ ਹੁੰਦੀ ਹੈ ਇਹਦੇ ਵਿੱਚ। ਨੈਕਸਟ ਆਪਸ਼ਨ ਹੈ ਸੀ, ਕਹਿੰਦੇ ਇਟ ਐਨਹੈਂਸ ਓਬਜ਼ਰਵੇਸ਼ਨ ਸਕਿੱਲਸ ਅਮੰਗ ਦਾ ਚਿਲਡਰਨਸ। ਇਹਦੇ ਨਾਲ ਬੱਚੇ ਦਾ ਮੁਲਾਂਕਣ ਕਰ ਸਕਦੇ ਹਾਂ ਆਪਾਂ ਕਿਹੜੀ ਸਕਿੱਲ 'ਚ ਉਹ ਵਧੀਆ, ਕਿਹੜੀ ਸਕਿੱਲ 'ਚ ਵੀਕ ਹੈ। ਇਹ ਵੀ ਸਹੀ ਹੈ। ਨੈਕਸਟ ਆਪਸ਼ਨ ਹੈ ਇਟ ਬ੍ਰੇਕਸ ਅ ਮੋਨੋਟੋਨੀ ਆਫ ਕਲਾਸ ਐਜ਼ ਵੈਲ ਐਜ਼ ਟੀਚਰ। ਇਹ ਕਹਿੰਦੇ ਸ਼ਿਕਸ਼ਕ ਅਤੇ ਕਕਸ਼ਾ ਦੇ ਦੋਨਾਂ ਦੇ ਲੈਅ ਨੂੰ ਤੋੜਦਾ ਹੈ। ਮਤਲਬ ਜਿਹੜੀ ਮੋਨੋਟੋਨੀ ਬਣੀ ਰਹਿੰਦੀ ਘਰੇ ਰੂਟੀਨ 'ਚ ਪੜ੍ਹਦੇ ਰਹਿੰਦੇ ਉਹਨੂੰ ਵਧੀਆ ਇੱਕ ਬ੍ਰੇਕ ਮਿਲ ਜਾਂਦਾ। ਨਹੀਂ, ਇਹ ਆਪਸ਼ਨ ਗਲਤ ਹੈ। ਇਹਦੇ ਵਿੱਚ ਬਾਅਦ 'ਚੋਂ ਦੇਖੋ ਹੁਣ ਕਿਹੜੇ ਕਿਹੜੇ ਆਪਸ਼ਨ। ਫਸਟ ਆਪਸ਼ਨ ਸਹੀ ਹੈ ਬਸ ਇਹਦੇ ਵਿੱਚ, A B C D ਕੀ ਹੋ ਗਿਆ ਆਪਣਾ ਗਲਤ, ਬਾਕੀ ਆਪਸ਼ਨ ਸਾਰੇ ਹਟ ਜਾਣਗੇ। ਫਸਟ ਆਪਸ਼ਨ ਆਊਗਾ ਇਹਦੇ ਵਿੱਚ। ਨੈਕਸਟ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਸ਼ੁੱਡ ਨੋਟ ਬੀ ਐਨ ਓਬਜੈਕਟਿਵ ਆਫ ਸਾਇੰਸ ਐਜੂਕੇਸ਼ਨ ਐਟ ਦਾ ਅਪਰ ਪ੍ਰਾਇਮਰੀ ਲੈਵਲ। ਕਹਿੰਦੇ ਇਹਨਾਂ ਵਿੱਚੋਂ ਕਿਹੜਾ ਓਬਜੈਕਟਿਵ ਸਾਇੰਸ ਦਾ ਨਹੀਂ ਹੈਗਾ ਅਪਰ ਪ੍ਰਾਇਮਰੀ ਲੈਵਲ 'ਚ। ਫਸਟ ਨਰਚਰਿੰਗ ਦਾ ਨੈਚੁਰਲ ਕਿਊਰਿਓਸਿਟੀ ਆਫ ਚਿਲਡਰਨ, ਉਹਨਾਂ 'ਚ ਪ੍ਰਕਿਰਤੀ ਜਿਗਿਆਸਾ ਜਗਾਉਣੀ। ਇਨਕਲਕੇਟਿੰਗ ਦਾ ਵੈਲਿਊਜ਼ ਆਫ ਕੋਪਰੇਸ਼ਨ ਐਂਡ ਕੰਸਰਨ ਫॉर ਲਾਈਫ, ਉਹਨਾਂ ਵਿੱਚ ਵੈਲਿਊਜ਼ ਜਗਾਉਣੀਆਂ ਕੋਪਰੇਟ ਕਰਨ ਦੀ ਇੱਕ ਦੂਜੇ ਨਾਲ ਅਤੇ ਲਾਈਫ ਦੇ ਪ੍ਰਤੀ। ਕਲਟੀਵੇਟਿੰਗ ਸਾਇੰਟੀਫਿਕ ਟੈਂਪਰ, ਵਿਗਿਆਨਿਕ ਸੁਭਾਅ ਦਾ ਵਿਕਾਸ ਕਰਨਾ ਉਹਨਾਂ ਵਿੱਚ। ਫੋਰਥ ਆਪਸ਼ਨ ਇਨਫਲੂਐਂਸਿੰਗ ਦਾ ਟੈਕਸਟ ਬੁੱਕ ਡੈਫੀਨੇਸ਼ਨ ਆਫ ਕੰਸੈਪਟਸ, ਟੈਕਸਟ ਬੁੱਕ ਡੈਫੀਨੇਸ਼ਨ। ਇਹ ਸਹੀ ਆਪਸ਼ਨ ਕੀ ਹੈ ਫੋਰਥ। ਨੋਟ ਬਾਰੇ ਪੁੱਛਿਆ ਸੀ ਮਤਲਬ ਫੋਰਥ ਆ, ਪਰ ਟੈਕਸਟ ਬੁੱਕ ਦੇ ਉਹਦੇ ਰੱਟੇ ਨਹੀਂ ਮਰਾਉਣੇ ਉਹਨਾਂ ਨੂੰ, ਕ੍ਰੈਮਿੰਗ ਨਹੀਂ ਕਰਾਉਣੀ ਉਹਨਾਂ ਨੂੰ, ਲਰਨਿੰਗ ਬਾਈ ਡੂਇੰਗ ਕਰਨੀ ਹੈ। ਸਾਇੰਟੀਫਿਕ ਟੈਂਪਰ ਉਹਨਾਂ 'ਚ ਜਿਗਿਆਸਾ ਹੋਣੀ ਚਾਹੀਦੀ ਹੈ, ਉਹਨਾਂ ਵੈਲਿਊਜ਼ ਬਾਰੇ ਦੱਸਣਾ ਵੀ ਕਿਵੇਂ ਕੋਪਰੇਟ ਕਰਨਾ ਅਤੇ ਲਾਈਫ 'ਚ ਕੀ ਕਰਨਾ ਅੱਗੇ ਜਾ ਕੇ, ਠੀਕ ਹੈ। ਸਹੀ ਆਪਸ਼ਨ ਕੀ ਆ ਜੀ ਫੋਰਥ। ਨੈਕਸਟ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਕੈਨ ਇਨਹੈਂਸ ਕ੍ਰਿਟੀਕਲ ਥਿੰਕਿੰਗ ਅਮੰਗ ਚਿਲਡਰਨ। ਕਹਿੰਦੇ ਇਹਨਾਂ ਵਿੱਚੋਂ ਬੱਚਿਆਂ ਦੇ ਵਿੱਚ ਚਿੰਤਨ ਨੂੰ ਬੜਾਵਾ ਕੀ ਦੇ ਸਕਦਾ ਤਾਂ ਕਿ ਉਹ ਕ੍ਰਿਟੀਕਲ ਥਿੰਕਿੰਗ ਕਰ ਸਕਣ। ਆਸਕਿੰਗ ਚਿਲਡਰਨ ਟੂ ਰੀਡ ਸਾਇੰਸ ਟੈਕਸਟ ਬੁੱਕ, ਕਹਿੰਦਾ ਉਹਨਾਂ ਨੂੰ ਬੱਚਿਆਂ ਨੂੰ ਕਹਿਣਾ ਤੁਸੀਂ ਕਲਾਸ ਵਿੱਚ ਸਾਇੰਸ ਦੀ ਟੈਕਸਟ ਬੁੱਕ ਪੜ੍ਹੋ। ਨਹੀਂ, ਇਹ ਸਹੀ ਤਰੀਕਾ ਨਹੀਂ ਹੈ। ਆਸਕਿੰਗ ਚਿਲਡਰਨ ਟੂ ਰੀਡ ਦਾ ਐਕਸਟੈਂਡਡ ਲਰਨਿੰਗ ਗਿਵਨ ਟੂ ਦ ਐਂਡ ਆਫ ਦਾ ਟੈਕਸਟ ਬੁੱਕ, ਜਿਹੜੀ ਐਕਸਟੈਂਡਡ ਲਰਨਿੰਗ ਦਿੱਤੀ ਹੁੰਦੀ ਹੈ ਬੁੱਕ ਦੇ ਆਖਰੀ ਵਿੱਚ ਉਹਨੂੰ ਪੜ੍ਹੋ। ਇਹ ਵੀ ਸਹੀ ਨਹੀਂ। ਆਸਕਿੰਗ ਚਿਲਡਰਨ ਟੂ ਡਿਸਕਸ ਅਮੰਗ ਦੈਮਸੈਲਵਸ ਇਨ ਗਰੁੱਪਸ ਫੋਲੋਡ ਬਾਈ ਸ਼ੇਅਰਿੰਗ ਇਨ ਲਾਰਜ ਗਰੁੱਪ, ਇੱਕ ਦੂਜੇ ਨਾਲ ਡਿਸਕਸ ਕਰਨਾ ਗਰੁੱਪ 'ਚ ਜਦੋਂ ਵੀ ਕੋਈ ਚੀਜ਼ ਕੰਮ ਕਰ ਰਿਹਾ। ਇਹ ਦੇਖ ਲੈਂਦੇ ਆਪਾਂ। ਨੈਕਸਟ ਆਪਸ਼ਨ ਹੈ ਡੈਮੋਸਟ੍ਰੇਸ਼ਨ ਆਫ ਐਕਸਪੈਰੀਮੈਂਟਸ ਬਾਈ ਦਾ ਟੀਚਰ, ਐਕਸਪੈਰੀਮੈਂਟ ਦਾ ਡੈਮੋ ਦੇਣਾ ਚਾਹੀਦਾ ਟੀਚਰ ਨੂੰ। ਇਹ ਵੀ ਸਹੀ ਆਪਸ਼ਨ ਨਹੀਂ ਹੈ, ਖੁਦ ਬੱਚਿਆਂ ਨੂੰ ਖੁਦ ਕਰਨਾ ਚਾਹੀਦਾ, ਲਰਨਿੰਗ ਬਾਈ ਡੂਇੰਗ। ਥਰਡ ਆਪਸ਼ਨ ਇਹਦੇ ਵਿੱਚ ਸਹੀ ਆਊਗਾ ਤਾਂ ਕਿ ਗਰੁੱਪ ਇੱਕ ਦੂਜੇ ਤੋਂ ਸਿੱਖ ਸਕਣ, ਪੀਅਰ ਲਰਨਿੰਗ ਕਰ ਸਕਣ ਇਹਦੇ ਵਿੱਚ ਅਤੇ ਐਕਸਪੀਰੀਅੰਸ ਕਰ ਸਕਣ। ਨੈਕਸਟ ਕੁਐਸਚਨ ਹੈ 83, ਏ ਟੀਚਰ ਬਿਗਿਨਸ ਦਾ ਕਲਾਸ ਬਾਈ ਡੈਮੋਸਟ੍ਰੇਟਿੰਗ ਦਾ ਕੈਮੀਕਲ ਟੈਸਟ ਆਫ ਸਟਾਰਚ ਇਨ ਅ ਗਿਵਨ ਸੈਂਪਲ ਆਫ ਫੂਡ, ਦਾ ਕੋਗਨੀਟਿਵ ਪ੍ਰੋਸੈਸ ਐਸੋਸੀਏਟਿਡ ਵਿਦ ਦਾ ਅੰਡਰਲਾਈਨਡ ਵਰਡ ਇਨ ਦਾ ਅਬਵ ਸਟੇਟਮੈਂਟ ਇਜ਼। ਕਹਿੰਦੇ ਇੱਕ ਟੀਚਰ ਹੈ ਉਹਨੇ ਕਲਾਸ ਵਿੱਚ ਡੈਮੋਸਟ੍ਰੇਟ ਕੀਤਾ ਕੈਮੀਕਲ ਟੈਸਟ ਸਟਾਰਚ ਦਾ, ਵੀ ਇਹਦੇ ਵਿੱਚ ਫੂਡ ਦੇ ਵਿੱਚ ਸਟਾਰਚ ਹੁੰਦਾ ਕਿ ਨਾ। ਇਹਨੂੰ ਆਇਓਡੀਨ ਟੈਸਟ ਕਹਿੰਦੇ ਆਪਾਂ, ਵੀ ਦੇਖਣਾ ਹੋਵੇ ਜਦੋਂ ਵੀ ਆਪਾਂ ਸਟਾਰਚ ਹੈ ਫੂਡ 'ਚ ਕਿਸੇ ਵੀ ਚੀਜ਼ 'ਚ ਪ੍ਰੈਜੈਂਟ ਹੈਗਾ ਕਿ ਨਹੀਂ। ਦਾ ਕੋਗਨੀਟਿਵ ਪ੍ਰੋਸੈਸ ਐਸੋਸੀਏਟਿਡ ਵਿਦ ਅੰਡਰਲਾਈਨ ਵਰਡ ਇਜ਼ ਅਬਵ ਸਟੇਟਮੈਂਟ, ਕਹਿੰਦੇ ਡੈਮੋਸਟ੍ਰੇਟ ਅੰਡਰਲਾਈਨ ਕੀਤਾ ਇਹਨੇ। ਇਹ ਕਿਹਦੇ ਬਾਰੇ ਦੱਸਦਾ? ਕ੍ਰੀਏਟਿੰਗ ਕੁਛ ਬਣਾਇਆ ਉਹਨੇ, ਐਨਾਲਾਈਜ਼ ਵਿਸ਼ਲੇਸ਼ਣ ਕੀਤਾ ਹੈ, ਅਪਲਾਈਂਗ ਉਹਦੇ 'ਤੇ ਅਪਲਾਈ ਕੀਤਾ ਉਹਨੇ, ਪ੍ਰਯੋਗ ਕੀਤਾ, ਅੰਡਰਸਟੈਂਡਿੰਗ ਜਾਂ ਸਮਝਾਇਆ। ਇਹ ਸਹੀ ਆਪਸ਼ਨ ਹੋਊਗਾ ਅਪਲਾਈਂਗ। ਡੈਮੋਸਟ੍ਰੇਟ ਕਰਨਾ ਮਤਲਬ ਅਪਲਾਈ ਕੀਤਾ ਉਹਨੇ ਇਹ ਚੀਜ਼ ਟੈਸਟ, ਕੈਮੀਕਲ ਟੈਸਟ। ਸਹੀ ਆਪਸ਼ਨ ਕੀ ਹੈਗਾ? ਥਰਡ ਵਨ। ਨੈਕਸਟ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਐਕਟੀਵਿਟੀਜ਼ ਵਿਲ ਨੋਟ ਪ੍ਰੋਵਾਈਡ ਫੋਰ ਐਕਟਿਵ ਲਰਨਿੰਗ ਅਮੰਗ ਚਿਲਡਰਨ। ਕਹਿੰਦੇ ਇਹਨਾਂ ਵਿੱਚੋਂ ਕਿਹੜੀ ਐਕਟੀਵਿਟੀ ਐਕਟਿਵ ਲਰਨਿੰਗ ਨਹੀਂ ਕਰਾਉਂਦੀ? ਫਸਟ ਸਟੈਬਲਿਸ਼ ਸਾਇੰਸ ਕਲੱਬ ਬਣਾ ਦੇਣਾ। ਨਹੀਂ, ਗਲਤ ਹੈ। ਔਰਗਨਾਈਜੇਸ਼ਨ ਆਫ ਫੀਲਡ ਟ੍ਰਿਪ, ਉਹਨੂੰ ਟ੍ਰਿਪ 'ਤੇ ਲੈ ਜਾਣਾ। ਇਹ ਵੀ ਐਕਟਿਵ ਲਰਨਿੰਗ 'ਚ ਨਹੀਂ ਆਉਂਦਾ। ਡਿਵੈਲਪਿੰਗ ਅ ਸਾਇੰਸ ਕੋਰਨਰ, ਠੀਕ ਹੈ। ਲਿਸਨਿੰਗ ਟੂ ਅ ਲੈਕਚਰ ਇਨ ਕਲਾਸ, ਇਹਦੇ ਸਹੀ ਆਪਸ਼ਨ ਕੀ ਆਊਗਾ? ਲਿਸਨਿੰਗ ਟੂ ਅ ਲੈਕਚਰ। ਨੋਟ ਬਾਰੇ ਪੁੱਛਿਆ ਸੀ ਆਪਾਂ ਨੂੰ, ਲਿਸਨਿੰਗ ਟੂ ਅ ਲੈਕਚਰ ਇਨ ਕਲਾਸ, ਇਹ ਕੀ ਆਊ? ਸਹੀ ਆਪਸ਼ਨ ਆ ਜੂਗਾ। ਲੈਕਚਰ ਸਾਨੂੰ ਉਹ ਬੋਰ ਫੀਲ ਕਰਨਗੇ, ਇਹ ਐਕਟੀਵਿਟੀਜ਼ 'ਚ ਨਹੀਂ ਆਉਂਦਾ। ਪਹਿਲੇ ਤਿੰਨੇ ਐਕਟੀਵਿਟੀਜ਼ 'ਚ ਆਉਂਦੀਆਂ।
ਨੈਕਸਟ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਇਜ਼ ਯੂਜ਼ ਫॉर ਫਾਈਂਡਿੰਗ ਦ ਲਰਨਿੰਗ ਗੈਪਸ ਆਫ ਲਰਨਰਸ ਇਨ ਸਾਇੰਸ। ਜੇ ਇਹਨਾਂ ਐਜੂਕੇਸ਼ਨ ਗੈਪ ਲੱਭਣਾ ਹੋਵੇ ਤਾਂ ਇਹਨਾਂ ਵਿੱਚੋਂ ਕੀ ਯੂਜ਼ ਕਰ ਸਕਦੇ ਹਾਂ ਸਾਇੰਸ ਵਿੱਚ। ਫਸਟ ਹੈ ਕੰਸੈਪਟ ਮੈਪ, ਐਨੈਕਡੋਟਲ ਰਿਕਾਰਡ, ਪੋਰਟਫੋਲੀਓ, ਟਰਮ ਐਂਡ ਅਚੀਵਮੈਂਟ ਟੈਸਟ। ਇਹ ਸਹੀ ਆਪਸ਼ਨ ਹੋਊਗਾ ਥਰਡ ਵਨ, A B C। ਪਹਿਲੇ ਤਿੰਨੇ ਹੀ ਸਹੀ ਨੇ। ਕੰਸੈਪਟ ਮੈਪ, ਕੰਸੈਪਟ ਬਣਾਉਣਾ, ਮੈਪਿੰਗ ਕਰਨੀ ਚਾਹੀਦੀ। ਪਹਿਲਾਂ ਤਾਂ ਆਪਾਂ ਐਨੈਕਡੋਟਲ ਰਿਕਾਰਡ ਆ ਉਹਨਾਂ ਸਾਰਿਆਂ ਦਾ ਰਿਕਾਰਡ ਹੋਣਾ ਚਾਹੀਦਾ ਆਪਣੇ। ਪੋਰਟਫੋਲੀਓ ਉਹਨਾਂ ਬੱਚਿਆਂ ਇਕੱਲੇ ਇਕੱਲੇ ਸਿੰਗਲ ਇੰਡੀਵਿਜੂਅਲੀ ਉਹਨਾਂ ਦਾ ਰਿਕਾਰਡ ਹੋਣਾ ਚਾਹੀਦਾ ਕਿਸ 'ਚ ਵੀਕ ਆ ਉਹ ਕਿਸ 'ਚ ਵਧੀਆ, ਠੀਕ ਹੈ। ਨੈਕਸਟ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਟੂਲ ਇਜ਼ ਬੇਸਡ ਔਨ ਦ ਟੈਕਨੀਕ ਆਫ ਓਬਜ਼ਰਵੇਸ਼ਨ। ਕਹਿੰਦਾ ਵਿੱਚੋਂ ਕਿਹੜਾ ਟੂਲ ਓਬਜ਼ਰਵੇਸ਼ਨ ਦੀ ਟੈਕਨੀਕ 'ਤੇ ਆਧਾਰਿਤ ਹੈ। ਅੰਕਲਨ ਕਰ ਸਕਦੇ ਹਾਂ ਉਹਦੀ ਮਦਦ ਨਾਲ ਆਪਾਂ ਓਰਲ ਟੈਸਟ ਰਾਹੀਂ, ਰਿਟਨ ਟੈਸਟ ਰਾਹੀਂ, ਪੇਪਰ ਪੈਨਸਿਲ ਟੈਸਟ ਰਾਹੀਂ ਜਾਂ ਐਨੈਕਡੋਟਲ ਰਿਕਾਰਡ ਰਾਹੀਂ। ਐਨੈਕਡੋਟਲ ਰਿਕਾਰਡ ਰਾਹੀਂ ਕਰ ਸਕਦੇ ਆਪਾਂ। ਫੋਰਥ ਆਪਸ਼ਨ ਇਜ਼ ਕਰੈਕਟ। 87th ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਆਰ ਕਰੈਕਟ। ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ। ਪਸ਼ਮੀਨਾ ਸ਼ੋਲ ਇਜ਼ ਮੇਡ ਫਰੋਮ ਹੇਅਰ ਆਫ ਗੋਡਸ। ਸੈਕਟ Angora is a type of wool obtained from rabbits. Camel wool is used to make carpets. Pashmina wool is obtained from rabbits. ਇਹ ਸਹੀ ਆਪਸ਼ਨ ਦੇਖਣਾ ਆਪਾਂ ਕਿਹੜੇ ਕਿਹੜੇ ਨੇ। A and C, A and B, B and C, C and D। ਸਹੀ ਆਪਸ਼ਨ ਆਊ ਇਹਦਾ A and C। ਪਸ਼ਮੀਨਾ ਸ਼ੋਲ ਇਜ਼ ਮੇਡ ਫਰੋਮ ਹੇਅਰ ਆਫ ਗੋਡਸ। ਹੇਅਰ ਆਫ ਗੋਡਸ ਤੋਂ ਬਣਾਇਆ ਜਾਂਦਾ ਪਸ਼ਮੀਨਾ ਸ਼ੋਲ। C ਆਪਸ਼ਨ ਕੈਮਲ ਵੂਲ ਇਜ਼ ਯੂਜ਼ ਟੂ ਮੇਕ ਕਾਰਪੇਟ। ਕੈਮਲ ਵੂਲ ਨੂੰ ਆਪਾਂ ਕਾਰਪੇਟ ਬਣਾਉਣ ਲਈ ਯੂਜ਼ ਕਰਦੇ ਹਾਂ। B ਅਤੇ D ਆਪਸ਼ਨ ਗਲਤ ਨੇ। ਨੈਕਸਟ ਕੁਐਸਚਨ ਹੈ ਆਈਡੈਂਟੀਫਾਈ ਦ ਐਨੀਮਲ ਔਨ ਦ ਬੇਸਿਸ ਆਫ ਫੀਚਰਸ ਲਿਸਟਡ ਬਿਲੋ। ਕਹਿੰਦੇ ਐਨੀਮਲ ਦੱਸਣਾ ਆਪਾਂ ਕਿਹੜਾ ਇਹਨਾਂ ਵਿੱਚੋਂ। ਕਹਿੰਦੇ ਲੋਕ ਬੈਕਬੋਨ, ਲੌਂਗ ਬੈਕਬੋਨ ਹੁੰਦੀ ਹੈ ਐਨੀਮਲ ਦੀ। ਸੈਕਿੰਡ ਆਪਸ਼ਨ ਮੈਨੀ ਮਸਲਸ, ਮਸਲਸ ਬਹੁਤ ਜ਼ਿਆਦਾ ਹੁੰਦੇ ਆ। ਸੀ ਬੋਡੀ ਕਰਵਸ ਇਨਟੂ ਮੈਨੀ ਲੂਪਸ ਫॉर मूविंग फॉरवर्ड। ਅਦੇ ਹੁਣ ਆਪਾਂ C ਆਪਸ਼ਨ ਤੋਂ ਕਲੀਅਰ ਹੋ ਜਾਂਦਾ। ਕਹਿੰਦੇ ਆਗੇ ਕੋ ਧਕੇਲਨੇ ਕੇ ਲਈ ਸਰੀਰ ਅਨੇਕ ਵਲਿਓ ਮੇਂ ਮੁੜਾ। ਅੱਗੇ ਵਧਣ ਲਈ ਉਹ ਬਲ ਪੈਂਦੇ ਉਹਦੇ ਸਰੀਰ ਵਿੱਚ। ਮਤਲਬ ਇਹ ਕੀ ਹੈ ਆਪਸ਼ਨ ਦਿੱਤੇ ਆ ਸਨੇਕ, ਅਰਥਵਰਮ, ਸਨੇਲ, ਹੁਕਵਰਮ। ਇਹ ਸਹੀ ਆਪਸ਼ਨ ਕਿਹਾ ਜੀ ਸਨੇਕ। ਈਜ਼ੀ ਸੀ ਇਹਦਾ। ਨੈਕਸਟ ਕੁਐਸਚਨ ਹੈ 89th ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟਰੂ। ਕਹਿੰਦੇ ਵਿੱਚੋਂ ਕਿਹੜੀ ਸਟੇਟਮੈਂਟ ਟਰੂ ਨਹੀਂ ਹੈਗੀ। ਇਹਦੇ ਬਾਇਓਲੋਜੀ ਦਾ ਕੁਐਸਚਨ ਹੈ ਇਹ, ਹਾਰਟ ਨਾਲ ਰਿਲੇਟਡ ਹੈ। ਕਹਿੰਦੇ ਓਲ ਆਰਟਰੀਜ਼ ਕੈਰੀ ਆਕਸੀਜਨ ਰਿਚ ਬਲੱਡ। ਜਿਹੜੀਆਂ ਆਰਟਰੀਜ਼ ਹੁੰਦੀਆਂ ਹਾਰਟ ਵਿੱਚ ਉਹ ਸਾਰੀਆਂ ਕਹਿੰਦੇ ਆਕਸੀਜਨ ਰਿਚ ਬਲੱਡ ਨੂੰ ਕੈਰੀ ਕਰਦੀਆਂ। ਓਲ ਆਰਟਰੀਜ਼ ਕੈਰੀ ਆਕਸੀਜਨ ਫਰੋਮ ਹਾਰਟ ਟੂ ਅਦਰ ਪਾਰਟਸ। ਆਰਟਰੀਜ਼ ਮਦਦ ਕਰਦੀਆਂ ਕੈਰੀ ਕਰਨ ਲਈ ਆਕਸੀਜਨ ਨੂੰ ਹਾਰਟ ਤੋਂ ਹੋਰ ਪਾਰਟਸ ਵਿੱਚ। ਆਰਟਰੀਜ਼ ਹੈਵ ਥਿਕ ਵੋਲਸ। ਇਹਨਾਂ ਦੀ ਥਿਕ ਮੋਟੀ ਵੋਲਸ ਹੁੰਦੀਆਂ। ਆਰਟਰੀਜ਼ ਹੈਵ ਇਲਾਸਟਿਕ ਵੋਲਸ। ਇਹਨਾਂ ਇਲਾਸਟਿਕ ਵੋਲਸ ਹੈ। ਸਹੀ ਆਪਸ਼ਨ ਆਊਗਾ ਇਹਦਾ ਫਸਟ ਵਨ, ਓਲ ਆਰਟਰੀਜ਼ ਕੈਰੀ ਆਕਸੀਜਨ ਰਿਚ ਬਲੱਡ। ਲਾਸਟ ਕੁਐਸਚਨ ਆਪਣਾ ਅੱਜ ਦਾ 90th ਵਿਚ ਆਫ ਦ ਫੋਲੋਇੰਗ ਰਿਪਰੈਜ਼ੈਂਟ ਕਰੈਕਟ ਮੈਚਿੰਗ ਆਰਡਰ। ਮੈਚ ਕਰਨੇ ਆਪਾਂ ਅੱਜ ਐਸਿਡਸ ਦਿੱਤੇ ਆ ਕੁਛ ਕੁ ਅਤੇ ਇੱਧਰ ਆਪਾਂ ਨੂੰ ਦਿੱਤੇ ਮਿੱਟੀ ਦੇ ਵਿੱਚ ਪਾਇਆ ਜਾਂਦਾ ਜਿਵੇਂ ਐਸਟਿਕ ਐਸਿਡ, ਲੈਕਟਿਕ ਐਸਿਡ, ਆਕਜ਼ੈਲਿਕ ਐਸਿਡ, ਐਸਕੋਬਿਕ ਐਸਿਡ, ਕਰਡ, ਸਪਾਈਨੈਚ, ਸਿਟਰਸ ਫਰੂਟਸ, ਵਿਨੇਗਰ। ਦਹੀਂ, ਪਾਲਕ, ਨਿੰਬੂ ਜਾਂ ਸਿਰਕਾ। ਐਸਟਿਕ ਐਸਿਡ, ਐਸਟਿਕ ਐਸਿਡ ਕਿਸ ਵਿੱਚ ਪਾਇਆ ਜਾਂਦਾ ਹੈ ਵਿਨੇਗਰ ਵਿੱਚ। ਅਤੇ ਅੱਗੇ ਹੈਗਾ ਲੈਕਟਿਕ ਐਸਿਡ, ਲੈਕਟਿਕ ਐਸਿਡ ਪਾਇਆ ਜਾਂਦਾ ਕਰਡ 'ਚ, ਦਹੀਂ 'ਚ। ਆਕਜ਼ੈਲਿਕ ਐਸਿਡ, ਆਕਜ਼ੈਲਿਕ ਐਸਿਡ ਪਾਇਆ ਜਾਂਦਾ ਸਪਾਈਨੈਚ 'ਚ, ਪਾਲਕ 'ਚ ਪਾਇਆ ਜਾਂਦਾ ਆਕਜ਼ੈਲਿਕ ਐਸਿਡ। ਐਸਕੋਬਿਕ ਐਸਿਡ, ਸਕੋਬਿਕ ਐਸਿਡ ਸਿਟਰਸ ਫੂਡ, ਖੱਟੇ ਫਰੂਟਸ ਵਿੱਚ ਪਾਇਆ ਜਾਂਦਾ। ਸਹੀ ਆਪਸ਼ਨ ਆਊਗਾ ਇਹਦਾ ਥਰਡ ਵਨ। ਓਕੇ ਗਾਈਜ਼, ਥੈਂਕ ਯੂ। ਅੱਜ ਦਾ ਸੈਸ਼ਨ ਇੱਥੇ ਤੱਕ ਹੀ ਸੀ। ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।